ਸਜਣ ਸੱਚਾ ਪਾਤਸ਼ਾਹ, ਸਿਰ ਸ਼ਾਹਾਂ ਦੇ ਸ਼ਾਹ, ਜਿਸ ਪਾਸ ਬੈਠਿਆ ਸੋਹੀਐ, ਸਭਨਾ ਦਾ ਵੀਸਾ। ਸਤਨਾਮ ਧੰਨ ਵਾਹਿਗੁਰੂ ਸਾਹਿਬ ਜੀ। ਰਾਗ ਤਨਾਸਰੀ ਮਹਿਲਾ ਪਹਿਲਾ। ਗਗਨ ਮੈਂ ਥਾਲ ਰਵ ਚੰਦ ਦੀਪਕ ਬਨੇ, ਤਾਰਿਕਾ ਮੰਡਲ ਜਨਕ ਮੋਤੀ, ਧੂਪ ਮਲ ਆਨ ਲੋ ਪਵਨ ਚਬਰੋ ਕਰੀ, ਸਗਲ ਬਨਰਾਈ ਫੂਲੰਤ ਜੋਤੀ, ਕੈਸੀ ਆਰਤੀ ਹੋਏ ਪਵਖੰਡਨਾ ਤੇਰੀ ਆਰਤੀ, ਅਨਹਤਾ ਸ਼ਬਦ ਵਾਜੰਤ ਪੇਰੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਰਮ ਸਤਿਕਾਰਯੋਗ ਜੁਗੋ ਜੁਗ ਅਟਲ ਚਵਰ ਛਤਰ ਤਖਤ ਦੇ ਮਾਲਿਕ, ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਪਾਤਸ਼ਾਹ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਦੇ ਅੰਦਰ ਸੰਧਿਆ ਵੇਲੇ ਦੀਵਾਨਾਂ ਦੀ ਹਾਜ਼ਰੀ ਭਰ ਰਹੇ ਸਤ ਸੰਗੀ ਜਨੋ, ਆਪ ਜੀ ਬਹੁਤ ਹੀ ਵਡਭਾਗੇ ਹੋ ਜੋ ਸੱਚੇ ਪਿਤਾ ਵਾਹਿਗੁਰੂ ਦੀ ਹਜ਼ੂਰੀ ਅੰਦਰ ਬੈਠ ਕੇ ਗੁਰਬਾਣੀ ਦਾ ਰਸ ਪੀਨਾ ਕੀਰਤਨ ਆਪ ਜੀ ਨੇ ਬੜੇ ਹੀ ਪਿਆਰ ਅਦਬ ਸਤਿਕਾਰ ਦੇ ਨਾਲ ਗੁਰੂ ਕੇ ਰਾਗੀਆਂ ਪਾਸੋਂ ਸ਼੍ਰਵਣ ਕੀਤਾ। ਉਪਰੰਤ ਸੋਹਲਾ ਸਾਹਿਬ ਜੀ ਦੀ ਪਾਵਨ ਬਾਣੀ ਦੀ ਲੜੀਵਾਰ ਵਿਚਾਰ ਆਪ ਜੀ ਰੋਜ਼ਾਨਾ ਸ਼੍ਰਵਣ ਕਰ ਰਹੇ ਹੋ। ਕੱਲ ਆਪ ਜੀ ਨੇ ਤੀਸਰੇ ਸ਼ਬਦ ਦੀ ਵਿਚਾਰ ਸ਼੍ਰਵਣ ਕੀਤੀ, ਸੋ ਇਸੇ ਸ਼ਬਦ ਨੂੰ ਗਹਿਰਾਈ ਦੇ ਅੰਦਰ ਹੋਰ ਦੇਖ ਨਾ ਕਰੀਏ। ਇਸ ਸ਼ਬਦ ਦੇ ਅੰਦਰ ਪਾਤਸ਼ਾਹ ਜੀ ਸਾਨੂੰ ਕੀ ਸਮਝਾ ਰਹੇ ਹਨ। ਸੋ ਪਾਤਸ਼ਾਹ ਜੀ ਦੀ ਹਜ਼ੂਰੀ ਅੰਦਰ ਹਾਜ਼ਰੀ ਲਵਾਈਏ ਪਿਆਰ ਸਹਿਤ ਦੋਵੇਂ ਹੱਥ ਜੋੜ ਬੋਲਣਾ ਕਰੋ ਜੀ ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ। ਜਿਵੇਂ ਕਿ ਆਪ ਜੀ ਨੇ ਕੱਲ ਸ਼੍ਰਵਣ ਕੀਤਾ ਸੀ ਕਿ ਜਦੋਂ ਧੰਨ ਧੰਨ ਸਾਹਿਬ ਸ੍ਰੀ ਗੁਰੂ ਨਾਨਕ ਪਾਤਸ਼ਾਹ ਜੀ ਮਹਾਰਾਜ ਸਨ 1510 ਈਸਵੀ ਦੇ ਅੰਦਰ ਜਗਨਨਾਥਪੁਰੀ ਪਹੁੰਚਣਾ ਕਰਦੇ ਹਨ, ਤੇ ਉੱਥੇ ਇੱਕ ਭੇਖੀ ਸਾਧੂ ਦੇ ਨਾਲ ਮਿਲਾਪ ਹੁੰਦਾ ਹੈ, ਜਿਹੜਾ ਅੱਖਾਂ ਬੰਦ ਕਰਕੇ ਆਖਦਾ ਤ੍ਰਿਲੋਕੀ ਦੇ ਮੈਨੂੰ ਦਰਸ਼ਨ ਹੋ ਰਹੇ ਹਨ। ਜਿਸ ਮਨੁੱਖ ਨੇ ਦਰਸ਼ਨ ਕਰਨੇ ਹੋਣ ਉਹ ਇਸ ਗੜਵੇ ਵਿੱਚ ਪੈਸੇ ਪਾ ਕੇ ਮੱਥਾ ਟੇਕ ਕੇ ਬੈਠ ਜਾਵੇ। ਤੇ ਪਾਤਸ਼ਾਹ ਜੀ ਨੇ ਉਸ ਨੂੰ ਉਸ ਅਕਾਲ ਪੁਰਖ ਪਰਮਾਤਮਾ ਸੱਚੇ ਦੀ ਸਿਫਤ ਸਲਾਹੀ ਕਰਨੀ ਸਿਖਾਈ। ਉੱਥੇ ਸ਼ਬਦ ਉਚਾਰਨ ਕੀਤਾ ਸੀ ਪਾਤਸ਼ਾਹ ਜੀ ਨੇ ਪਾਵਨ ਕਿ ਇਹ ਕਰਮ ਕਾਂਡ ਕਰਕੇ ਕਦੀ ਵੀ ਉਸ ਅਕਾਲ ਪੁਰਖ ਪਰਮਾਤਮਾ ਨੂੰ ਨਹੀਂ ਪਾਇਆ ਜਾ ਸਕਦਾ। ਜੇ ਪਾਣਾ ਹੈ ਤੇ ਸੱਚ ਦੇ ਨਾਲ ਜੁੜਨਾ ਕਰ, ਕਿਉਂਕਿ ਤੂੰ ਹਰ ਮਨੁੱਖ ਨੂੰ ਇੱਕ ਭਰਮ ਭੁਲੇਖੇ ਦੇ ਵਿੱਚ ਪਾ ਰਿਹਾ ਹੈ।
ਜੇ ਜੋੜਨਾ ਹੀ ਹੈ ਤੇ ਸੱਚ ਦੇ ਨਾਲ ਜੋੜ, ਆਪਣੇ ਧਾਰਮਿਕ ਸ਼ਾਸਤਰਾਂ ਨੂੰ ਪੜ੍ਹਨਾ ਕਰ, ਉਸ ਦੀ ਵਿਚਾਰ ਨੂੰ ਸਮਝਣਾ ਕਰ ਤੇ ਇਹਨਾਂ ਨੂੰ ਸੱਚ ਦੇ ਨਾਲ ਜੋੜਨਾ ਕਰ। ਇਸ ਕਰਕੇ ਇਹ ਜਿਹੜਾ ਭਰਮ ਭੁਲੇਖਾ ਤੂੰ ਪਾਇਆ ਹੈ, ਇਸ ਮੁਤਾਬਕ ਕਦੀ ਵੀ ਇਸ ਜਗਤ ਦੀ ਉਦਾਰਤਾ ਨਹੀਂ ਹੋ ਸਕਦੀ। ਇਸ ਕਰਕੇ ਇਹਦਾ ਆਧਾਰ ਹੈ ਅਕਾਲ ਪੁਰਖ ਪਰਮਾਤਮਾ ਦਾ ਨਾਮ। ਹਰ ਕਿਸੇ ਨੂੰ ਇੱਕ ਅਕਾਲ ਪੁਰਖ ਪਰਮਾਤਮਾ ਦੇ ਨਾਮ ਦੇ ਨਾਲ ਜੋੜਨਾ ਕਰ। ਇਸ ਤੋਂ ਪਹਿਲਾਂ ਵੀ ਪਾਤਸ਼ਾਹ ਜੀ ਯਾਤਰਾ ਦੇ ਦੌਰਾਨ ਹਰਿਦੁਆਰ, ਬਨਾਰਸ, ਨਾਨਕ ਮਤੇ ਸਮਝਾਇਆ ਹੈ, ਸੱਚ ਦੀ ਵਿਚਾਰ ਦੱਸਣਾ ਕੀਤੀ ਹੈ, ਜਿਸ ਕਰਕੇ ਪੂਰੇ ਭਾਰਤ ਵਰਸ਼ ਦੇ ਅੰਦਰ ਹਰ ਕੋਈ ਗੁਰੂ ਨਾਨਕ ਪਾਤਸ਼ਾਹ ਜੀ ਨੂੰ ਜਾਣਦਾ ਹੈ। ਉੱਥੋਂ ਦੇ ਹੀ ਜਿਹੜੇ ਪੰਡਿਤ ਹਨ ਉਹ ਆਖਦੇ ਨੇ ਕਿ ਇਹ ਤੇ ਕਰਮ ਕਾਂਡ ਹੈ, ਇਹ ਕਰਮ ਕਾਂਡੀ ਸੀ, ਇਹ ਕਰਮ ਕਾਂਡ ਕਰਦਾ ਪਿਆ ਸੀ। ਪਰ ਅਸੀਂ ਤੇ ਉਸ ਅਕਾਲ ਪੁਰਖ ਪਰਮਾਤਮਾ ਸੱਚ ਦੀ ਹੀ ਪੂਜਾ ਕਰਦੇ ਹਾਂ, ਉਸ ਦੀ ਹੀ ਆਰਤੀ ਕਰਦੇ ਹਾਂ। ਆਣ ਕੇ ਪੰਡਿਤ ਬੇਨਤੀ ਕਰਦੇ ਨੇ ਕਿ ਪਾਤਸ਼ਾਹ ਜੀ ਤੁਸੀਂ ਸਾਡੇ ਨਾਲ ਆਰਤੀ ਕਰਨਾ ਕਰੋ। ਜਿਹੜੇ ਆਰਤੀ ਦੇ ਅੱਖਰੀ ਅਰਥ ਕੀਤੇ ਨੇ ਭਾਈ ਕਾਹਨ ਸਿੰਘ ਨਾਭਾ ਨੇ, ਉਹ ਕੀਤੇ ਹਨ ਕਿ ਜਿਸ ਚੀਜ਼ ਦੀ ਅਸੀਂ ਆਰਤੀ ਕਰਨੀ ਹੈ ਉਸ ਨੂੰ ਰਾਤ ਵੀ ਕਰ ਸਕਦੇ ਹਾਂ, ਦਿਨੇ ਵੀ ਕਰ ਸਕਦੇ ਹਾਂ, ਉਸ ਦਾ ਨਾਮ ਆਰਤੀ ਹੈ। ਇਹ ਨਹੀਂ ਹੈ ਕਿ ਰਾਤ ਨੂੰ ਹੀ ਆਰਤੀ ਹੋਵੇਗੀ, ਦਿਨੇ ਵੀ ਕਰ ਸਕਦੇ ਹਾਂ। ਤੇ ਭਾਈ ਕਾਹਨ ਸਿੰਘ ਨਾਭਾ ਨੇ ਇਹ ਜਿਹੜੇ ਪਿਆਰੇ ਸ਼ਬਦ ਕਹੇ ਹਨ ਕਿ ਆਰਤੀ ਹਮੇਸ਼ਾ ਇੱਕ ਅਕਾਲ ਪੁਰਖ ਪਰਮਾਤਮਾ ਦੀ ਹੀ ਹੋਣੀ ਚਾਹੀਦੀ ਹੈ। ਇਸ ਪਾਵਨ ਸ਼ਬਦ ਦੇ ਅੰਦਰ ਪਾਤਸ਼ਾਹ ਜੀ ਨੇ ਆਰਤੀ ਦਾ ਹੀ ਸਮਝਾਇਆ ਹੈ ਕਿ ਆਰਤੀ ਕਿਸ ਦੀ ਕਰਨੀ ਹੈ। ਹੁਣ ਉਹ ਪੰਡਿਤ ਜਦੋਂ ਆਉਂਦੇ ਨੇ ਪਾਤਸ਼ਾਹ ਜੀ ਦੇ ਕੋਲ ਤੇ ਪਾਤਸ਼ਾਹ ਜੀ ਨੂੰ ਬੇਨਤੀ ਕਰਦੇ ਨੇ, ਅਰਦਾਸ ਕਰਦੇ ਕਿ ਪਾਤਸ਼ਾਹ ਸਾਡੇ ਨਾਲ ਤੁਸੀਂ ਜਗਨਨਾਥਪੁਰੀ ਦੇ ਜਿਹੜਾ ਮੰਦਿਰ ਹੈ ਉਸ ਦੇ ਅੰਦਰ ਚੱਲ ਕੇ ਆਰਤੀ ਕਰਨਾ ਕਰੋ। ਪਾਤਸ਼ਾਹ ਜੀ ਕਹਿੰਦੇ ਜ਼ਰੂਰ ਕਰਾਂਗੇ ਆਰਤੀ। ਹੁਣ ਪਾਤਸ਼ਾਹ ਜੀ ਜਾ ਰਹੇ ਨੇ, ਸੰਧਿਆ ਵੇਲਾ ਹੋ ਗਿਆ ਹੈ। ਹੁਣ ਪਾਤਸ਼ਾਹ ਜੀ ਆਰਤੀ ਦੇ ਵਿੱਚ ਸ਼ਾਮਲ ਨੇ ਪਰ ਉਹ ਆਰਤੀ ਨਹੀਂ ਕਰਦੇ ਪਏ। ਪੰਡਿਤ ਨੇ ਸਭ ਤੋਂ ਪਹਿਲਾਂ ਆਰਤੀ ਦੇ ਅੰਦਰ ਕੀ ਕਰਦੇ ਹਨ ਕਿ ਇੱਕ ਥਾਲ ਲੈ ਕੇ ਉਸ ਦੇ ਵਿੱਚ ਦੀਵੇ ਲਗਾਉਣਾ ਕਰਦੇ ਨੇ, ਹੀਰੇ ਮੋਤੀ ਰੱਖਦੇ ਨੇ, ਫੁੱਲ ਰੱਖਦੇ ਨੇ ਤੇ ਸਭ ਤੋਂ ਪਹਿਲਾਂ ਜਿਹੜੀ ਮੂਰਤੀ ਹੈ ਉਸ ਦੇ ਪੈਰਾਂ ਦੇ ਅੰਦਰ 4 ਵਾਰ ਉਸ ਦੀ ਆਰਤੀ ਕਰਦੇ ਨੇ, ਫਿਰ ਢਿੱਡ ਦੀ ਆਰਤੀ ਕਰਦੇ ਨੇ, ਉਸ ਤੋਂ ਬਾਅਦ ਫਿਰ ਚਿਹਰੇ ਦੀ 1 ਵਾਰੀ ਆਰਤੀ ਕਰਦੇ ਨੇ, ਫਿਰ 7 ਵਾਰ ਮੂਰਤੀ ਦੇ ਵੱਲ ਘੁਮਾਣਾ ਕਰਦੇ ਨੇ। ਇਹ ਹੈ ਉਹਨਾਂ ਦੀ ਆਰਤੀ। ਪਰ ਪਾਤਸ਼ਾਹ ਜੀ ਅਡੋਲ ਅਵਸਥਾ ਵਿੱਚ ਖੜੇ ਨੇ। ਜਿਵੇਂ ਅਡੋਲ ਅਵਸਥਾ ਵਿੱਚ ਸੁਲਤਾਨਪੁਰ ਲੋਧੀ ਜਿਹੜਾ ਸੱਚ ਦੀ ਜਿਹੜੀ ਨਮਾਜ਼ ਹੈ ਪੜ੍ਹਨੀ ਸਿਖਾਈ ਸੀ ਪਾਤਸ਼ਾਹ ਜੀ ਨੇ। ਜਦੋਂ ਸੁਲਤਾਨਪੁਰ ਲੋਧੀ ਪਾਤਸ਼ਾਹ ਜੀ ਜਾਣਾ ਕੀਤਾ ਤੇ ਪਾਤਸ਼ਾਹ ਜੀ ਨੂੰ ਜਿਹੜੇ ਮੌਲਵੀ ਨੇ, ਕਾਜ਼ੀ ਨੇ ਆਖਦੇ ਤੁਸੀਂ ਸਾਡੇ ਨਾਲ ਨਮਾਜ਼ ਪੜ੍ਹਨਾ ਕਰੋ, ਅਸੀਂ ਸੱਚ ਦੀ ਨਮਾਜ਼ ਪੜ੍ਹਦੇ ਹਾਂ। ਉਹ ਕਹਿੰਦਾ ਬਿਲਕੁਲ ਅਸੀਂ ਪੜ੍ਹਾਂਗੇ ਨਮਾਜ਼, ਉਸ ਅਕਾਲ ਅੱਲਾਹ ਤਾਲਾ ਵਾਹਿਗੁਰੂ ਦੀ ਨਮਾਜ਼ ਪੜ੍ਹਨੀ ਚਾਹੀਦੀ ਹੈ, ਅਸੀਂ ਪੜ੍ਹਾਂਗੇ। ਜਦੋਂ ਮਸਜਿਦ ਦੇ ਅੰਦਰ ਪਾਤਸ਼ਾਹ ਜੀ ਜਾਣਾ ਕਰਦੇ ਨੇ, ਉਹ ਜਦੋਂ ਲਾਈਨ ਬਣਾ ਕੇ ਖੜੇ ਹੁੰਦੇ ਨਮਾਜ਼ ਪੜ੍ਹਦੇ ਨੇ, ਕਿਸੇ ਦਾ ਮਨ ਕਿਧਰੇ ਹੈ, ਕਿਸੇ ਦਾ ਮਨ ਕਿਧਰੇ ਹੈ, ਪਰ ਪਾਤਸ਼ਾਹ ਜੀ ਅਡੋਲ ਅਵਸਥਾ ਵਿੱਚ ਉੱਥੇ ਵੀ ਖੜੇ ਨੇ। ਜਦੋਂ ਮੁਸਲਮਾਨ ਵੀਰ ਨਮਾਜ਼ ਕਰਕੇ ਦੇਖਦੇ ਨੇ ਕਿ ਇਹਨਾਂ ਨੇ ਨਮਾਜ਼ ਨਹੀਂ ਪੜ੍ਹੀ ਹੈ, ਸਾਡੀ ਨਮਾਜ਼ ਦੀ ਇਹਨਾਂ ਨੇ ਤੋਹੀਨ ਕੀਤੀ ਹੈ, ਬੇਅਦਬੀ ਕੀਤੀ ਹੈ, ਤੇ ਪਾਤਸ਼ਾਹ ਜੀ ਨੂੰ ਉਹ ਆਖਦੇ ਨੇ ਤੁਸੀਂ ਸਾਡੀ ਨਮਾਜ਼ ਦੀ ਤੋਹੀਨ ਕੀਤੀ ਹੈ, ਬੇਅਦਬੀ ਕੀਤੀ ਹੈ, ਇਹ ਗਲਤ ਹੈ। ਤੇ ਪਾਤਸ਼ਾਹ ਜੀ ਕਹਿੰਦੇ ਮੈਂ ਬੇਅਦਬੀ ਨਹੀਂ ਕੀਤੀ, ਮੈਂ ਤੋਹੀਨ ਨਹੀਂ ਕੀਤੀ, ਤੋਹੀਨ ਤੁਸੀਂ ਕਰਦੇ ਹੋ ਰੋਜ਼। ਨਮਾਜ਼ ਅਸਲੀ ਉਹ ਹੈ ਜਿਹੜੀ ਮਨ ਤੋਂ ਹੋਏ। ਤੁਸੀਂ ਇੱਥੇ ਤੁਹਾਡਾ ਸਰੀਰ ਸੀ, ਮਨ ਤੁਹਾਡਾ ਕਿਧਰੇ ਚੱਲਦਾ ਫਿਰਦਾ ਸੀ, ਕੋਈ ਘੋੜੇ ਖਰੀਦ ਰਿਹਾ ਹੈ, ਕੋਈ ਕੁਛ ਖਰੀਦ ਰਿਹਾ ਹੈ। ਉੱਥੇ ਵੀ ਪਾਤਸ਼ਾਹ ਜੀ ਨੇ ਡਟ ਕੇ ਸੱਚ ਦਾ ਹੀ ਉਹਨਾਂ ਨੂੰ ਇੱਕ ਵਿਚਾਰ ਬਖਸ਼ਿਆ ਕਿ ਇਸ ਵਿਚਾਰ ਦੇ ਨਾਲ ਜੁੜ ਕੇ ਸੱਚ ਦੇ ਨਾਲ ਜੁੜਨਾ ਹੈ। ਨਮਾਜ਼ ਪੜ੍ਹਨੀ ਹੈ, ਸੱਚ ਦੀ ਨਮਾਜ਼ ਪੜ੍ਹੋ, ਮਨ ਜੋੜ ਕੇ ਪੜ੍ਹੋ। ਤੇ ਭਗਤ ਕਬੀਰ ਜੀ ਤੇ ਬਾਰ-ਬਾਰ ਆਖਦੇ ਨੇ ਕਿ ਜੇ ਮਨ ਨੂੰ ਸਮਝਾਉਣਾ ਸਭ ਤੋਂ ਪਹਿਲਾਂ ਗਿਆਨ ਦੀ ਜ਼ਰੂਰਤ ਹੈ। ਹੁਣ ਜਿਹੜਾ ਕਾਜ਼ੀ ਹੋਵੇਗਾ ਉਸ ਨੂੰ ਗਿਆਨ ਦਾ ਸਭ ਤੋਂ ਜ਼ਿਆਦਾ ਗਿਆਨ ਹੁੰਦਾ ਹੈ। ਇੱਕ ਹੁੰਦਾ ਹੈ ਮੌਲਵੀ, ਇੱਕ ਹੁੰਦਾ ਹੈ ਕਾਜੀ। ਦੇ ਕਾਜੀ ਦੀ ਜਿਹੜਾ ਦਰਜਾ ਹੁੰਦਾ ਸਭ ਤੋਂ ਉੱਚਾ ਹੁੰਦਾ ਹੈ ਮੁਸਲਮਾਨ ਮਤ ਦੇ ਅੰਦਰ। ਸੋ ਖੈਰ ਪਾਤਸ਼ਾਹ ਜੀ ਹੁਣ ਇੱਥੇ ਆਰਤੀ ਕਰਦੇ ਪੈਣ ਤੇ ਪੰਡਿਤ ਜੀ ਆ ਕੇ ਤੁਸੀਂ ਆਰਤੀ ਨਹੀਂ ਕੀਤੀ। ਕਹਿੰਦੇ ਮੈਂ ਆਰਤੀ ਦੇ ਵਿੱਚ ਹੀ ਸ਼ਾਮਲ ਹਾਂ, ਪਰ ਤੁਸੀਂ ਕਿਸ ਦੀ ਆਰਤੀ ਕਰਦੇ ਪਏ ਹੋ? ਤੁਸੀਂ ਇੱਕ ਅਕਾਲ ਪੁਰਖ ਪਰਮਾਤਮਾ ਨੂੰ ਇੱਕ ਸਥਾਨ 'ਤੇ ਸਥਾਪਿਤ ਨਹੀਂ ਕਰ ਸਕਦੇ।
ਉਹ ਅਕਾਲ ਪੁਰਖ ਪਰਮਾਤਮਾ ਬੇਅੰਤ ਹੈ, ਹਰ ਘਟ ਦੇ ਅੰਦਰ ਵਸਦਾ ਹੈ। ਉਸ ਦੀ ਤੇ ਆਰਤੀ ਹਰ ਘਟ ਦੇ ਵਿੱਚ ਹੋ ਰਹੀ ਹੈ। ਉਸ ਦੀ ਬਣਾਈ ਹੋਈ ਕੁਦਰਤ ਹੀ ਉਸ ਦੀ ਆਰਤੀ ਕਰਦੀ ਪਈ ਹੈ। ਇੱਕ ਥਾਲ ਦੇ ਵਿੱਚ ਇੱਕ ਦੀਵਾ ਰੱਖ ਕੇ, ਦੋ ਦੀਵੇ ਰੱਖ ਕੇ, ਹੀਰੇ ਮੋਤੀ ਰੱਖ ਕੇ, ਫੁੱਲ ਰੱਖ ਕੇ ਤੁਸੀਂ ਆਖਦੇ ਹੋ ਕਿ ਅਸੀਂ ਪਰਮਾਤਮਾ ਦੀ ਆਰਤੀ ਕਰ ਰਹੇ ਹਾਂ। ਸਭ ਤੋਂ ਵੱਡੀ ਗੱਲ ਇਹ ਹੈ, ਇੱਕ ਮੂਰਤੀ ਕਦੇ ਵੀ ਭਗਵਾਨ ਨਹੀਂ ਹੋ ਸਕਦੀ। ਤੁਸੀਂ ਸ਼੍ਰੀ ਕ੍ਰਿਸ਼ਨ ਨੂੰ ਇਸ ਮੂਰਤੀ ਦੇ ਵਿੱਚ ਸਥਾਪਿਤ ਕਰ ਦਿੱਤਾ ਹੈ ਕਿ ਸ਼੍ਰੀ ਕ੍ਰਿਸ਼ਨ ਇੱਥੇ ਹੀ ਹੈ, ਹੋਰ ਕਿਧਰੇ ਵਸਦਾ ਨਹੀਂ ਹੈ। ਇਸ ਕਰਕੇ ਜਿਹੜੀ ਆਰਤੀ ਹੋ ਰਹੀ ਹੈ, ਮੈਂ ਦੱਸਣਾ ਕਰਦਾ ਹਾਂ ਇਸ ਸੰਸਾਰ ਦੇ ਅੰਦਰ ਸਭ ਤੋਂ ਵੱਡੀ ਆਰਤੀ ਕਿਹੜੀ ਹੈ। ਜਿਹੜੀ ਮੈਂ ਆਰਤੀ ਕਰਦਾ ਹਾਂ, ਆਓ ਮੈਂ ਤੁਹਾਨੂੰ ਸਿਖਾਉਂਦਾ ਹਾਂ। ਤੇ ਪਾਤਸ਼ਾਹ ਜੀ ਨੇ ਜਿਹੜੀ ਆਰਤੀ ਸਿਖਾਈ ਸੀ, ਤੇ ਇੱਕ ਵਾਰੀ ਰਵਿੰਦਰਨਾਥ ਟੈਗੋਰ ਨੂੰ, ਜਿਹਨੇ ਨੈਸ਼ਨਲ ਐਂਥਮ ਲਿਖੀ ਹੈ, ਜਨ ਗਣ ਮਨ ਲਿਖਿਆ ਹੈ, ਉਸ ਨੂੰ ਕਿਸ ਨੇ ਸਵਾਲ ਕੀਤਾ ਸੀ, ਤੁਸੀਂ ਇਹ ਨੈਸ਼ਨਲ ਐਂਥਮ ਲਿਖੀ ਹੈ, ਬੜੇ ਪਿਆਰ ਦੇ ਨਾਲ ਲਿਖੀ ਹੈ, ਹਰ ਇੰਡੀਅਨ ਇਸ ਨੂੰ ਗਾਣਾ ਕਰਦਾ ਹੈ, ਹਰ ਭਾਰਤ ਵਰਸ਼ ਦਾ ਮਨੁੱਖ ਇਸ ਨੂੰ ਗਾਉਂਦਾ ਹੈ। ਜੇ ਮੰਨ ਲਓ ਪੂਰਾ ਸੰਸਾਰ ਇੱਕ ਕਮਿਊਨਿਟੀ ਦੇ ਥੱਲੇ ਆ ਜਾਵੇ, ਇੱਕ ਦੇਸ਼ ਬਣ ਜਾਵੇ ਪੂਰਾ ਸੰਸਾਰ, ਜੇ ਤੁਹਾਨੂੰ ਕਿਹਾ ਜਾਵੇ ਨੈਸ਼ਨਲ ਐਂਥਮ ਬਣਾਓ, ਪੂਰੇ ਵਰਲਡ ਦੀ ਨੈਸ਼ਨਲ ਐਂਥਮ ਬਣਾਓ, ਤੇ ਤੁਸੀਂ ਫਿਰ ਕੀ ਬੋਲੋਗੇ। ਤੇ ਰਵਿੰਦਰਨਾਥ ਟੈਗੋਰ ਦੇ ਬੜੇ ਹੀ ਪਿਆਰੇ ਬਚਨ ਸਨ। ਉਹ ਆਖਦੇ ਨੇ ਕਿ ਮੈਨੂੰ ਨੈਸ਼ਨਲ ਐਂਥਮ ਲਿਖਣ ਦੀ ਲੋੜ ਨਹੀਂ ਹੈ, ਵਰਲਡ ਦਾ ਇਹ ਜਿਹੜਾ ਰਿਕਾਰਡ ਹੈ ਉਸ ਨੂੰ ਲਿਖਣ ਦਾ ਲੋੜ ਨਹੀਂ ਹੈ। ਇਸ ਨੈਸ਼ਨਲ ਐਂਥਮ ਨੂੰ ਮੈਂ ਲਿਖਿਆ ਹੈ, ਪਰ ਪੂਰੇ ਸੰਸਾਰ ਦੀ ਜਿਹੜੀ ਨੈਸ਼ਨਲ ਐਂਥਮ ਹੈ ਉਹ ਤੇ ਪਹਿਲਾਂ ਹੀ ਲਿਖੀ ਚੁੱਕੀ ਹੈ, ਉਹ ਤੇ ਕਾਫੀ ਸਾਲ ਪਹਿਲਾਂ ਲਿਖ ਚੁੱਕੀ ਹੈ, ਉਸ ਨੂੰ ਅਸੀਂ ਪੜ੍ਹਦੇ ਵੀ ਹਾਂ। ਤੇ ਉਹ ਜਿਹੜਾ ਮਨੁੱਖ ਹੈ ਪੁੱਛਦਾ ਹੈ ਉਹ ਕਿਹੜੀ ਨੈਸ਼ਨਲ ਐਂਥਮ ਹੈ, ਉਹ ਆਖਦਾ ਬਾਬੇ ਨਾਨਕ ਦੀ, ਗੁਰੂ ਧੰਨ ਧੰਨ ਸਾਹਿਬ ਸ਼੍ਰੀ ਗੁਰੂ ਨਾਨਕ ਪਾਤਸ਼ਾਹ ਜੀ ਨੇ ਜਿਹੜੀ ਨੈਸ਼ਨਲ ਐਂਥਮ ਲਿਖੀ ਹੈ, ਗਗਨ ਮੈਂ ਥਾਲ ਰਵਚਨ ਦੀਪਕ ਬਣੀ, ਤਾਰਿਕਾ ਮੰਡਲ ਜਨਕ ਮੋਤੀ। ਤੇ ਮੈਨੂੰ ਲਿਖਣ ਦੀ ਲੋੜ ਹੀ ਨਹੀਂ ਹੈ। ਹਰ ਮਨੁੱਖ ਨੂੰ ਸੰਦੇਸ਼ ਮਿਲਦਾ ਪਿਆ ਹੈ ਇਸ ਤੋਂ, ਜੀ ਆਰਤੀ ਕਰਨੀ ਹੈ, ਪੂਜਾ ਕਰਨੀ ਹੈ, ਉਸ ਪਰਮਾਤਮਾ ਦੀ ਕਰੋ, ਇੱਕ ਦੀ ਕਰੋ। ਇਹ ਨਹੀਂ ਹੈ ਇੱਕ ਥਾਲ ਦੇ ਵਿੱਚ ਦੀਵੇ ਲੈ ਕੇ, ਕੁਝ ਫੁੱਲ ਰੱਖ ਕੇ ਤੁਸੀਂ ਉਸ ਅਕਾਲ ਪੁਰਖ ਪਰਮਾਤਮਾ ਦੀ ਆਰਤੀ ਕਰੋਗੇ। ਇਹ ਦੀਵੇ ਕੁਝ ਸੈਕਿੰਡ ਬਾਅਦ, ਕੁਝ ਘੰਟਿਆਂ ਬਾਅਦ ਇਹ ਬੁਝ ਸਕਦੇ ਨੇ, ਪਰ ਜਿਹੜੀ ਕੁਦਰਤ ਹੈ ਉਸ ਦੀ ਆਰਤੀ ਕਰਦੀ ਪਈ ਹੈ, ਇਹ ਸदैव ਹੈ, ਇਹ ਕਦੀ ਬੁਝੇਗੀ ਨਹੀਂ ਹੈ। ਸਭ ਤੋਂ ਪਹਿਲਾਂ ਪਾਤਸ਼ਾਹ ਜੀ ਆਖਦੇ ਨੇ, ਧਨਾਸਰੀ ਰਾਗ ਦੇ ਅੰਦਰ ਇਹ ਪਾਵਨ ਸ਼ਬਦ ਹੈ, ਪਾਤਸ਼ਾਹ ਜੀ ਆਖਦੇ ਨੇ, ਕੈਸੀ ਆਰਤੀ ਹੋਏ। ਹੁਣ ਪਾਤਸ਼ਾਹ ਜੀ ਉਹਨਾਂ ਪੰਡਤਾਂ ਨੂੰ ਆਖਦੇ ਨੇ ਕਿ ਪੰਡਿਤ ਜੀ ਦੇਖੋ, ਤੁਸੀਂ ਇੱਕ ਥਾਲ ਦੇ ਵਿੱਚ ਦੀਵੇ ਰੱਖ ਕੇ, ਹੀਰੇ ਮੋਤੀ ਰੱਖ ਕੇ ਆਰਤੀ ਕਰਦੇ ਪਏ ਹੋ, ਪਰ ਪਰਮਾਤਮਾ ਦੀ ਦੇਖੋ ਕੈਸੀ ਆਰਤੀ ਹੈ। ਭਾਈ ਮਰਦਾਨਾ ਜੀ ਨੂੰ ਕਹਿੰਦੇ ਨੇ ਰਵਾਬ ਛੇੜ, ਬਾਣੀ ਆਈ ਹੈ, ਬਾਣੀ ਦੇ ਵਿੱਚ ਇਹ ਸ਼ਬਦ ਗਾਇਨ ਕੀਤਾ ਹੈ ਪਾਤਸ਼ਾਹ ਜੀ ਨੇ ਉੱਥੇ। ਪਾਤਸ਼ਾਹ ਜੀ ਕਹਿੰਦੇ ਨੇ, ਹੇ ਮੇਰੇ ਪਰਮਾਤਮਾ, ਹੇ ਪਰਮ ਪਿਤਾ ਵਾਹਿਗੁਰੂ ਜੀਓ, ਕੈਸੀ ਆਰਤੀ ਹੋਏ, ਇਹ ਕੈਸੀ ਆਸ਼ਚਰਜ ਆਰਤੀ ਹੋ ਰਹੀ ਹੈ ਤੇਰੀ ਕੁਦਰਤ ਦੇ ਅੰਦਰ। ਪਵਖੰਡਨਾ ਤੇਰੀ ਆਰਤੀ, ਪਵਖੰਡਨਾ, ਹੇ ਜਨਮ ਮਰਨ ਦੇ ਗੇੜ ਕੱਟਣ ਵਾਲੇ, ਨਾਸ਼ ਕਰਨ ਵਾਲੇ ਪਰਮਾਤਮਾ ਜੀ, ਇਹ ਕੈਸੀ ਆਰਤੀ ਹੈ ਤੇਰੀ। ਅਨਹਤਾ ਸ਼ਬਦ ਵਾਜੰਤ ਪੇਰੀ, ਕਿ ਹੇ ਪੰਡਿਤ ਜੀ ਤੁਸੀਂ ਰਾਗ ਨਾਦ ਗਾ ਕੇ ਆਰਤੀ ਕਰਦੇ ਹੋ, ਇੱਕ ਜਗ੍ਹਾ ਤੇ ਸਥਾਪਿਤ ਕਰ ਦਿੱਤਾ ਹੈ ਪਰਮਾਤਮਾ ਨੂੰ, ਉਹਨੂੰ ਸਥਾਪਿਤ ਨਹੀਂ ਕੀਤਾ ਜਾ ਸਕਦਾ। ਉਹ ਤੇ ਥਾਪਿਆ ਨਾ ਜਾਏ, ਕੀਤਾ ਨਾ ਹੋਏ, ਆਪੇ ਆਪ ਨਿਰੰਜਨ ਸੋਏ, ਜਿਨ ਸੇਵਿਆ ਤਿਨ ਪਾਇਆ ਮਾਨ। ਜਿਨ੍ਹਾਂ ਨੇ ਉਸ ਅਕਾਲ ਪੁਰਖ ਪਰਮਾਤਮਾ ਨੂੰ ਸੇਵਿਆ ਹੈ, ਉਹਨਾਂ ਨੇ ਮਾਣ ਵੀ ਪ੍ਰਾਪਤ ਕੀਤਾ ਹੈ। ਇਸ ਕਰਕੇ ਸੱਚ ਦੇ ਨਾਲ ਜੁੜੋ, ਸੱਚ ਦੀ ਆਰਤੀ ਕਰੋ, ਇਸ ਮੂਰਤੀ ਦੀ ਆਰਤੀ ਕਰੋਗੇ ਤੇ ਮੂਰਤੀ ਵਰਗੇ ਹੀ ਬਣ ਜਾਵੋਗੇ, ਕਿਉਂਕਿ ਜਿਹੜੀ ਮੂਰਤੀ ਹੈ ਤੁਹਾਨੂੰ ਕੱਖ ਨਹੀਂ ਦੇ ਸਕਦੀ, ਇਹ ਤੇ ਨਿਰਜੀਵ ਹੈ, ਇਸ ਦੇ ਵਿੱਚ ਕਿਹੜਾ ਜਾਨ ਹੈ, ਇਹ ਵੀ ਕਿਸੇ ਮਨੁੱਖ ਨੇ ਬਣਾਈ ਹੈ। ਇਹ ਮੇਰੇ ਪਾਤਸ਼ਾਹ, ਜਿਹੜਾ ਮਨੁੱਖ ਹੈ ਇਸ ਮੂਰਤੀ ਦੀ ਆਰਤੀ ਕਰਦਾ ਪਿਆ ਹੈ, ਇਸ ਮੂਰਤੀ ਨੂੰ ਬਣਾਉਣ ਵਾਲਾ ਵੀ ਕੋਈ ਮਨੁੱਖ ਹੈ। ਤੇ ਪਾਤਸ਼ਾਹ ਜੀ ਕਹਿੰਦੇ ਨੇ, ਅਨਹਤਾ ਸ਼ਬਦ ਵਾਜੰਤ ਪੇਰੀ, ਹੇ ਮੇਰੇ ਪਾਤਸ਼ਾਹ ਜੀ, ਇਹ ਜਿਹੜਾ ਪੰਡਿਤ ਹੈ ਆਰਤੀ ਕਰਦਾ ਹੈ, ਅਨਹਤ ਵਾਜੇ ਛੈਣਿਆਂ ਦੇ ਨਾਲ ਆਰਤੀ ਕਰਦਾ ਹੈ, ਪਰ ਤੇਰੀ ਕੁਦਰਤ ਤੇਰੀ ਆਰਤੀ ਕਰਦੀ ਪਈ ਹੈ। ਹਵਾ ਚੱਲਦੀ ਹੈ, ਚੋਰ ਕਰਦੀ ਪਈ ਹੈ, ਸੂਰਜ ਉਗ ਰਿਹਾ ਹੈ, ਤੇਰੇ ਹੁਕਮ ਦੇ ਅਨੁਸਾਰ ਹਰ ਮਨੁੱਖ, ਹਰ ਕੁਦਰਤ ਦਾ ਇੱਕ ਇੱਕ ਜ਼ਰਾ ਜ਼ਰਾ ਤੇਰੇ ਹੁਕਮ ਦੇ ਵਿੱਚ ਚੱਲ ਕੇ ਤੇਰੀ ਆਰਤੀ ਕਰਦਾ ਪਿਆ ਹੈ। ਗਗਨ ਮੈਂ ਥਾਲ, ਪਾਤਸ਼ਾਹ ਜੀ ਕਹਿੰਦੇ ਨੇ, ਗਗਨ ਦਾ ਭਾਵ ਹੁੰਦਾ ਹੈ ਆਕਾਸ਼, ਮੈਂ ਦਾ ਭਾਵ ਹੁੰਦਾ ਹੈ
ਗਗਨਮਈ ਥਾਲ। ਇਹ ਜਿਹੜਾ ਗਗਨ ਹੈ, ਆਕਾਸ਼ ਹੈ, ਇੱਕ ਥਾਲ ਹੈ। ਰਵ ਚੰਦ ਦੀਪਕ ਬਣੀ। ਹੁਣ ਅਸੀਂ ਵਿਸ਼ਰਾਮ ਦੇ ਕੇ ਜਦੋਂ ਅਸੀਂ ਪਾਠ ਉਚਾਰਨ ਕਰਾਂ, ਗਗਨ ਮੈਂ ਥਾਲ ਰਵ ਚੰਦ ਦੀਪਕ ਬਣੀ, ਅਰਥ ਵੇਖੋ ਸਾਰਿਆਂ ਨੂੰ ਸਪਸ਼ਟ ਨਹੀਂ ਕਿ ਗਗਨ ਰੂਪ ਥਾਲ ਹੈ। ਉਸ ਥਾਲ ਦੇ ਅੰਦਰ ਰਵ ਦਾ ਭਾਵ ਹੁੰਦਾ ਹੈ ਰਵੀ, ਹਿੰਦੀ ਦਾ ਵਰਡ ਹੈ। ਰਵੀ ਦਾ ਭਾਵ ਹੁੰਦਾ ਹੈ ਸੂਰਜ। ਰਵੀ ਤੇ ਚੰਦ ਦੀਪਕ ਬਣੇ, ਉਸ ਥਾਲ ਦੇ ਅੰਦਰ ਦੀਵੇ ਰੱਖੇ ਹੋਏ ਨੇ ਦੋ, ਇੱਕ ਸੂਰਜ ਹੈ, ਇੱਕ ਚੰਦਰਮਾ ਹੈ। ਇਹ ਦੋ ਦੀਵੇ ਉਸ ਥਾਲ ਦੇ ਅੰਦਰ ਉਸ ਪਰਮਾਤਮਾ ਨੇ ਸਥਾਪਿਤ ਕਰ ਦਿੱਤੇ ਹਨ। ਤਾਰਿਕਾ ਮੰਡਲ ਜਨਕ ਮੋਤੀ। ਜਨਕ ਦਾ ਭਾਵ ਹੁੰਦਾ ਹੈ ਜਾਨੋ ਜਾਂ ਮਾਨੋ, ਕਿ ਜਿਹੜੇ ਤਾਰਾ ਮੰਡਲ ਹੈ, ਇੱਕ ਆਕਾਸ਼ ਦੇ ਅੰਦਰ ਜਿਹੜੇ ਤਾਰੇ ਹਨ, ਇਹ ਉਸ ਥਾਲ ਦੇ ਅੰਦਰ ਮਾਨੋ ਜਿਵੇਂ ਮੋਤੀ ਪਰੋਏ ਹੋਏ ਨੇ, ਮੋਤੀ ਰੱਖੇ ਹੋਏ ਨੇ ਪਰਮਾਤਮਾ ਨੇ। ਧੂਪ ਮਲ ਆਨ ਲੋ। ਹੁਣ ਤੁਸੀਂ ਜਿਹੜੀ ਆਰਤੀ ਕਰਦੇ ਮੂਰਤੀ ਦੇ ਸਾਹਮਣੇ ਖੜੇ ਹੋ ਕੇ ਧੂਪ ਰੱਖਦੇ ਹੋ, ਧੂਆਂ ਹੀ ਧੂਆਂ ਕਰ ਦਿੰਦੇ ਹੋ, ਉਹ ਇੱਕ ਕਮਰੇ 'ਚ ਰਹਿਣਾ ਕਰਦਾ ਹੈ। ਮਲ ਆਨ ਲੋ, ਮਲ ਦਾ ਭਾਵ ਹੁੰਦਾ ਹੈ ਕਿ ਪਹਾੜ, ਆਣ ਲੋ ਦਾ ਭਾਵ ਹੁੰਦਾ ਹੈ ਹਵਾ। ਮਨ ਆਣ ਦਾ ਭਾਵ ਜਿਹੜੀ ਪਹਾੜ ਤੋਂ ਹਵਾ ਆਉਂਦੀ ਹੈ, ਜਿਹੜੀ ਪਹਾੜ ਤੋਂ ਹਵਾ ਆ ਰਹੀ ਹੈ, ਚੰਦਨ ਦੀ ਸੁਗੰਧੀ ਲੈ ਕੇ ਆ ਰਹੀ ਹੈ, ਤੇ ਉਹ ਚੰਦਨ ਦੀ ਸੁਗੰਧੀ ਇਸ ਪੂਰੀ ਕਾਇਨਾਤ ਦੇ ਅੰਦਰ ਫੈਲੀ ਹੋਈ ਹੈ। ਇਹ ਧੂਪ ਦਾ ਕੰਮ ਕਰਦੀ ਪਈ ਹੈ। ਪਵਨ ਚਵਰੋ ਕਰੇ। ਮੇਰੇ ਪਾਤਸ਼ਾਹ ਜੀ, ਮੈਂ ਤੁਹਾਨੂੰ ਕੀ ਚੋਰ ਕਰਾਂ? ਮੈਂ ਤੁਹਾਡਾ ਚਵਰ ਵੀ ਕਰਨ ਲੱਗਾ ਤੇ ਮੈਥੋਂ ਨਹੀਂ ਹੋਵੇਗਾ, ਕਿਉਂਕਿ ਪਵਨ ਤੁਹਾਨੂੰ ਚੋਰ ਕਰਦੀ ਪਈ ਹੈ। ਪੂਰੀ ਕਾਇਨਾਤ ਦਾ ਚੋਰ ਉਹ ਅਕਾਲ ਪੁਰਖ ਪਰਮਾਤਮਾ ਨੇ ਪਵਨ ਨੂੰ ਬਣਾਇਆ ਹੈ, ਚੋਰ ਕਰਦੀ ਪਈ ਹੈ। ਸਗਲ ਬਨ ਰਾਏ ਫੂਲੰਤ ਜੋਤੀ। ਸਗਲ ਦਾ ਭਾਵ ਹੁੰਦਾ ਹੈ ਸਾਰੇ, ਬਨ ਰਾਏ ਦਾ ਭਾਵ ਹੁੰਦਾ ਹੈ ਬਨਸਪਤੀ, ਫੂਲੰਤ ਦਾ ਭਾਵ ਹੁੰਦਾ ਹੈ ਫੁੱਲ। ਪਾਤਸ਼ਾਹ ਜੀ ਕਹਿੰਦੇ ਜਿਤਨੀ ਵੀ ਸਾਰੀ ਬਨਸਪਤੀ ਹੈ, ਮੰਨ ਲਓ ਜਦੋਂ ਇਸ ਬਨਸਪਤੀ ਦੇ ਅੰਦਰ ਤੁਸੀਂ ਫੁੱਲਾਂ ਨੂੰ ਪੈਦਾ ਕੀਤਾ ਹੈ, ਜਦੋਂ ਫੁੱਲ ਮੁਰਝਾਉਂਦਾ ਹੈ, ਉਹ ਜਦੋਂ ਧਰਤੀ 'ਤੇ ਡਿੱਗਦਾ ਹੈ, ਮੰਨ ਲਓ ਉਹ ਤੇਰੇ ਚਰਨਾਂ ਦੇ ਵਿੱਚ ਇਹ ਕਾਇਨਾਤ ਫੁੱਲ ਰੱਖਦੀ ਪਈ ਹੈ। ਕੈਸੀ ਆਰਤੀ ਹੈ ਤੇਰੀ। ਇਸ ਕਰਕੇ ਪਾਤਸ਼ਾਹ ਜੀ ਕਹਿੰਦੇ ਨੇ, ਧੰਨ ਧੰਨ ਸਾਹਿਬ ਸ੍ਰੀ ਗੁਰੂ ਹਰਗੋਬਿੰਦ ਪਾਤਸ਼ਾਹ ਜੀ ਦੇ ਪੋਤਰੇ ਗੁਰੂ ਹਰ ਰਾਏ ਪਾਤਸ਼ਾਹ ਜੀ ਦੇ ਚੋਲੇ ਦੇ ਨਾਲ ਅੜ ਕੇ ਇੱਕ ਫੁੱਲ ਧਰਤੀ 'ਤੇ ਡਿੱਗ ਜਾਂਦਾ ਹੈ, ਤੇ ਪਾਤਸ਼ਾਹ ਜੀ ਨੇ ਕਿਹਾ ਸੀ ਕਿ ਕਦੀ ਵੀ ਇਸ ਕਾਇਨਾਤ ਦੇ ਅੰਦਰ ਕੋਈ ਵੀ ਚੀਜ਼ ਬਣੀ ਹੈ ਉਸ ਨੂੰ ਉਜਾੜੋ ਨਾ। ਜੇਕਰ ਚੋਲਾ ਸੰਭਾਲਿਆ ਨਹੀਂ ਜਾਂਦਾ, ਉੱਡਾ ਹੀ ਸਵਾਓ ਜਿੰਨਾ ਸੰਭਾਲਿਆ ਜਾਵੇ। ਤੇ ਅੱਜ ਅਸੀਂ ਕੀਰਤਪੁਰ ਸਾਹਿਬ ਜਾਈਏ ਤੇ ਪਾਤਸ਼ਾਹ ਜੀ ਦੇ ਉੱਥੇ ਬਾਗ ਨੇ, ਫੁੱਲਾਂ ਦੇ ਬਾਗ ਨੇ, ਫਲਾਂ ਦੇ ਬਾਗ ਨੇ, ਅੱਜ ਵੀ ਮੌਜੂਦ ਨੇ। ਉਹ ਸਾਡੇ ਕੋਲ ਇਤਿਹਾਸਿਕ ਤੱਥ ਹੈ। ਕਿਤਨਾ ਪਿਆਰ ਹੈ ਗੁਰੂ ਹਰ ਰਾਏ ਪਾਤਸ਼ਾਹ ਜੀ ਦਾ ਪੇੜ ਪੌਦਿਆਂ ਦੇ ਨਾਲ, ਕਿਤਨੀ ਦੇਖਭਾਲ ਕਰਦੇ ਨੇ। ਉਸ ਤੋਂ ਜਿਹੜਾ ਫੁੱਲ ਡਿੱਗਾ ਹੈ, ਉਹਨਾਂ ਨੂੰ ਖੇਤ ਹੋਈ ਹੈ, क्षमा ਮੰਗੀ ਹੈ ਕਿ ਅੱਜ ਤੋਂ ਬਾਅਦ ਮੇਰੇ ਤੋਂ ਕੋਈ ਵੀ ਫੁੱਲ ਟੁੱਟੇਗਾ ਨਹੀਂ, ਸਗੋਂ ਮੈਂ ਫੁੱਲ ਲਗਾ ਕੇ ਇਸ ਕਾਇਨਾਤ ਨੂੰ ਖੁਸ਼ਬੂਦਾਰ ਬਣਾ ਦਾਂਗਾ। ਤੇ ਭਗਤ ਕਬੀਰ ਜੀ ਕਹਿੰਦੇ ਹਨ, ਇਹ ਜਿਹੜੀ ਮਾਲਨੀ ਹੈ ਫੁੱਲਾਂ ਦੀ ਰਖਵਾਲੀ ਕਰਨ ਵਾਲੇ, ਇਹਨੂੰ ਪਤਾ ਹੀ ਨਹੀਂ ਹੈ ਕਿ ਫੁੱਲ ਕਿੱਥੇ ਰੱਖਣੇ ਹਨ। ਇਹ ਤੋੜਦੀ ਹੈ ਤੇ ਮੂਰਤੀ ਦੇ ਸਾਹਮਣੇ ਰੱਖ ਦਿੰਦੀ ਹੈ। ਇਹ ਆਰਤੀ ਨਹੀਂ ਹੈ। ਪਾਤਸ਼ਾਹ ਜੀ ਦਾ ਪਾਵਨ ਬਚਨ ਹੈ, ਪਾਤੀ ਤੋਰੈ ਮਾਲਨੀ ਪਾਤੀ ਪਾਤੀ ਜੀਓ। ਇਹ ਜਿਹੜੀ ਮਾਲਨੀ ਹੈ, ਇਹ ਪਾਤੀ ਤੋੜਦੀ ਪਈ ਹੈ, ਪੱਤਰ ਤੋੜਦੀ ਪਈ ਹੈ। ਉਹਨੂੰ ਇਹ ਨਹੀਂ ਪਤਾ ਜਿਸ ਪਾਹਨ ਕੋ ਪਾਤੀ ਤੋਰੈ ਸੋ ਪਾਹਨ ਨਿਰਜੀਓ। ਜਿਸ ਪਾਹਨ ਦੇ ਅੱਗੇ ਭਾਵ ਕਿ ਜਿਸ ਪੱਥਰ ਦੀ ਮੂਰਤੀ ਦੇ ਅੱਗੇ ਇਹ ਫੁੱਲ ਰੱਖਦੀ ਪਈ ਹੈ, ਪੱਤਰ ਰੱਖਦੀ ਪਈ ਹੈ, ਉਹ ਤੇ ਨਿਰਜੀਵ ਹੈ। ਉਹਦੇ ਵਿੱਚ ਕਿਹੜਾ ਜਿੰਦ ਹੈ? ਤੇ ਕਿਸੇ ਦੀ ਜਿੰਦ ਇਹ ਕੱਢਦੀ ਪਈ ਹੈ, ਕੁਦਰਤ ਦੇ ਨਾਲ ਖਿਲਵਾੜ ਕਰਦੀ ਪਈ ਹੈ। ਇਸ ਪੇੜ ਪੌਦਿਆਂ ਦੇ ਅੰਦਰ ਵੀ ਸਾਸ ਨੇ ਸੁਆਹ ਪਾਏ ਨੇ, ਭਾਵ ਉਸ ਸਵਾਸਾਂ ਰੂਪੀ ਪੂੰਜੀ ਇਹਨਾਂ ਦੇ ਅੰਦਰ ਵੀ ਪਾਈ ਹੈ। ਇਹ ਜਿਹੜੀ ਮਾਲਨੀ ਹੈ ਉਹਨਾਂ ਨੂੰ ਤੋੜ ਕੇ ਨਾਸ ਕਰਦੀ ਪਈ ਹੈ, ਮਾਰ ਦਿੰਦੀ ਹੈ। ਭੁੱਲੀ ਮਾਲਣੀ ਹੈ ਇਹੋ ਸਤਿਗੁਰ ਜਾਗਤਾ ਹੈ ਦਿਓ। ਪਰ ਇਹ ਜਿਹੜੀ ਭੁੱਲੀ ਹੋਈ ਮਾਲਣੀ ਹੈ, ਇਸ ਨੂੰ ਪਤਾ ਨਹੀਂ ਹੈ ਕਿ ਪ੍ਰਮਾਤਮਾ ਤੇ ਹਮੇਸ਼ਾ ਜਾਗਦਾ ਹੈ। ਉਸ ਦੇ ਅੱਗੇ ਫੁੱਲ ਰੱਖ ਕੇ ਇਹ ਕੀ ਸਾਬਤ ਕਰਨਾ ਚਾਹੁੰਦੀ ਹੈ ਕਿ ਮੈਂ ਹੀ ਆਰਤੀ ਕਰਦੀ ਹਾਂ। ਹੁਣ ਅਸੀਂ ਵੀ ਉਸੇ ਕਰਮ ਕਾਂਡ ਦੇ ਵਿੱਚ ਅਸੀਂ ਲੱਗੇ ਹੋਏ ਹਾਂ, ਜਿਸ ਕਰਮ ਕਾਂਡ ਤੋਂ ਪਾਤਸ਼ਾਹ ਜੀ ਨੇ ਸਾਨੂੰ ਰੋਕਿਆ ਹੈ। ਸਾਡੇ ਕੋਲ ਅਸੀਂ ਰੋਜ਼ ਪੜ੍ਹਦੇ ਹਾਂ, ਸੁਹਲਾ ਸਾਹਿਬ ਦੀ ਬਾਣੀ ਸੁਣਨ ਲੱਗੇ ਹਾਂ, ਪਰ ਸਾਨੂੰ ਸਮਝ ਨਹੀਂ ਹੈ, ਕਿਉਂਕਿ ਅਸੀਂ ਵਿਚਾਰ ਨਹੀਂ ਕਰਦੇ।
ਤੇ ਪਾਤਸ਼ਾਹ ਜੀ ਦੇ ਫਿਰ ਇਹ ਲਾਸਟ ਬੰਦ ਦੇ ਅੰਦਰ ਫਿਰ ਆਖਦੇ ਨੇ ਪਾਤਸ਼ਾਹ ਜੀ, ਮਾਲਨ ਭੁੱਲੀ ਜਗ ਭੁਲਾਨਾ। ਹੁਣ ਇਹ ਮਾਲ ਨਹੀਂ ਭੁੱਲ ਗਈ ਹੈ, ਜਗਤ ਨੂੰ ਤੇ ਫਿਰ ਭੁੱਲਣਾ ਹੀ ਭੁੱਲਣਾ ਹੈ। ਹਮ ਭੁਲਾਨੇ ਨਾਹੀ, ਭਗਤ ਕਬੀਰ ਜੀ ਕਹਿੰਦੇ ਨੇ ਇਹ ਭੁੱਲ ਸਕਦੀ ਹੈ, ਜਗਤ ਭੁੱਲ ਸਕਦਾ ਹੈ, ਪਰ ਮੈਂ ਨਹੀਂ ਭੁੱਲਦਾ। ਕਹਿ ਕਬੀ ਕਹੋ ਕਬੀਰ, ਹਮ ਰਾਮ ਰਾਖੇ, ਕਿਰਪਾ ਕਰ ਹਰ ਰਾਏ। ਭਗਤ ਕਬੀਰ ਜੀ ਆਖਦੇ ਨੇ, ਹੇ ਮੇਰੇ ਪਾਤਸ਼ਾਹ ਜੀ, ਤੁਸੀਂ ਆਪਣੀ ਕਿਰਪਾ ਦੇ ਸਦਕਾ ਮੈਨੂੰ ਭੁੱਲਣ ਤੋਂ ਬਚਾ ਲਿਆ ਹੈ, ਨਹੀਂ ਤੇ ਮੈਂ ਵੀ ਭਟਕਣਾ ਸੀ ਅੱਜ। ਜਿਵੇਂ ਇਹ ਮਾਲ ਨਹੀਂ ਭਟਕੀ ਹੋਈ ਹੈ, ਫੁੱਲਾਂ ਨੂੰ ਤੋੜ ਤੋੜ ਕੇ ਇੱਕ ਨਿਰਜਿੰਦ ਮੂਰਤੀ ਦੇ ਸਾਹਮਣੇ ਫੁੱਲ ਰੱਖਦੀ ਪਈ ਹੈ, ਤੇ ਮੈਂ ਵੀ ਇਸੇ ਤਰ੍ਹਾਂ ਹੀ ਮੂਰਤੀ ਪੁਜਾਰਕ ਬਣ ਜਾਣਾ ਸੀ। ਮੈਂ ਵੀ ਇਹੀ ਕਰਮ ਕਾਂਡ ਕਰਨੇ ਸਨ, ਪਰ ਅੱਜ ਤੇਰੇ ਸ਼ਬਦ ਦੇ ਨਾਲ ਜੁੜ ਕੇ ਤੇਰੀ ਆਰਾਧਨਾ ਕਰਕੇ ਮੈਨੂੰ ਇਹ ਪਤਾ ਚੱਲਿਆ ਹੈ ਕਿ ਕੁਦਰਤ ਦਾ ਜਰਾ ਜਰਾ ਤੇਰੇ ਹੁਕਮ ਦੇ ਵਿੱਚ ਚੱਲ ਕੇ ਤੇਰੀ ਆਰਤੀ ਕਰਦਾ ਪਿਆ ਹੈ। ਭਾਈ ਵੀਰ ਸਿੰਘ ਜੀ ਦੀ ਬੜੀ ਸੋਹਣੀ ਕਵਿਤਾ ਹੈ। ਭਾਈ ਵੀਰ ਸਿੰਘ ਜੀ ਕਹਿੰਦੇ ਨੇ, ਇੱਕ ਦੁਕਾਨਦਾਰ ਹੈ, ਇੱਕ ਗਾਹਕ ਹੈ, ਇੱਕ ਚੋਰ ਹੈ। ਦੁਕਾਨਦਾਰ ਦੇ ਪਾਸ ਗਾਹਕ ਕੋਈ ਸੌਦਾ ਪੱਤਾ ਲੈਣ ਜਾਂਦਾ ਹੈ, ਉਹ ਖੁਸ਼ੀ ਨਾਲ ਦਿੰਦਾ ਹੈ, ਪਰ ਜੇਕਰ ਉਸੇ ਦੁਕਾਨ ਤੇ ਕੋਈ ਚੋਰ ਆ ਜੇ, ਉਹ ਦੁਕਾਨਦਾਰ ਵੀ ਡਰ ਜਾਂਦਾ ਹੈ, ਉਹ ਵੀ ਡਰ ਕੇ ਲੁਕ ਜਾਂਦਾ ਹੈ ਕਿਧਰੇ। ਉਸ ਨੂੰ ਪਤਾ ਹੈ ਇਹ ਜਿਹੜਾ ਚੋਰ ਆਇਆ ਹੈ ਸਾਰਾ ਸਮਾਨ ਲੁੱਟ ਕੇ ਲੈ ਜਾਵੇਗਾ, ਇਹ ਇਕੱਲਾ ਆਪਣੇ ਆਪ ਹੀ ਖੁਸ਼ਬੂ ਇਹਦੇ ਵਿੱਚੋਂ ਲਵੇਗਾ ਸਮਾਨ ਦੇ ਅੰਦਰੋਂ, ਪਰ ਜਿਹੜਾ ਗ੍ਰਾਹਕ ਹੈ ਉਹ ਆਵੇਗਾ, ਜਿਤਨੀ ਉਹਨੂੰ ਇਹ ਲੋੜ ਹੈ ਉਤਨਾ ਹੀ ਲੈ ਕੇ ਜਾਵੇਗਾ, ਹੋਰਾਂ ਵਾਸਤੇ ਵੀ ਛੱਡ ਕੇ ਜਾਵੇਗਾ, ਪਰ ਚੋਰ ਨਹੀਂ ਕਦੀ ਵੀ क्षमा ਕਰਦਾ। ਇਸੇ ਤਰ੍ਹਾਂ ਗੁਲਾਬ ਦੀ ਉਹਨਾਂ ਨੇ ਦ੍ਰਿਸ਼ਟਾਂਤ ਲੈ ਕੇ, ਇੱਕ ਦਿਨ ਗੁਲਾਬ ਦੇ ਫੁੱਲ ਦੇ ਕੋਲ ਬੈਠੇ ਹੋਏ ਨੇ ਤੇ ਗੁਲਾਬ ਨੂੰ ਆਖਦੇ ਨੇ ਕਿਤਨੀ ਸੁੰਦਰ ਖੁਸ਼ਬੂ ਦੇ ਰਿਹਾ ਹੈ। ਇਸੇ ਤਰ੍ਹਾਂ ਗੁਲਾਬ ਦੇ ਅੰਦਰ ਤੇ ਭਾਈ ਵੀਰ ਸਿੰਘ ਜੀ ਦੀ ਗੱਲਬਾਤ ਹੁੰਦੀ ਹੈ। ਉਹ ਗੁਲਾਬ ਆਖਦਾ ਹੈ, ਕਦੀ ਵੀ ਮੈਨੂੰ ਨਾ ਇਸ ਟਾਹਣੀ ਦੇ ਨਾਲੋਂ ਨਾ ਤੋਰੀ, ਜੇ ਤੂੰ ਮੇਰੇ ਪਾਸ ਆਵੇਂਗਾ ਗ੍ਰਾਹਕ ਬਣ ਕੇ ਆਵੀਂ, ਮੈਂ ਤੈਨੂੰ ਖੁਸ਼ਬੂ ਦੇ ਨਾਲ ਭਰ ਦੇਵਾਂਗਾ, ਪਰ ਚੋਰੀ ਨਾ ਕਰੀ, ਚੋਰ ਵਾਲਾ ਸੁਭਾਅ ਨਾ ਲੈ ਕੇ ਆਵੀਂ, ਮੈਨੂੰ ਤੋੜ ਕੇ ਨਾ ਲੈ ਕੇ ਜਾਵੀਂ, ਕਿਉਂਕਿ ਜੇ ਤੂੰ ਚੋਰੀ ਕਰੇਂਗਾ ਬਸ ਇਸ ਫੁੱਲ ਦੀ ਸੁਗੰਧੀ ਤੂੰ ਹੀ ਲੈ ਸਕਦਾ ਹੈ, ਪਰ ਮੇਰਾ ਜਿਹੜਾ ਕਿਰਦਾਰ ਹੈ ਮੈਂ ਹਰ ਕਿਸੇ ਨੂੰ ਸੁਗੰਧੀ ਦੇਣਾ ਚਾਹੁੰਦਾ ਹਾਂ। ਇਸ ਕਰਕੇ ਤੇਰੇ ਅੱਗੇ ਹੱਥ ਜੋੜ ਕੇ ਬੇਨਤੀ ਹੈ, ਮੈਨੂੰ ਨਾ ਤੋੜੀ। ਉਹਨਾਂ ਦੀ ਪਿਆਰੀ ਬੜੀ ਸੁੰਦਰ ਕਵਿਤਾ ਹੈ। ਉਹ ਆਖਦੇ ਨੇ, ਡਾਲੀ ਨਾਲੋਂ ਤੋੜ ਨਾ ਸਾਨੂੰ, ਕਿ ਸਾਨੂੰ ਡਾਲੀ ਦੇ ਨਾਲੋਂ ਨਾ ਤੋੜ। ਅਸੀਂ ਹੱਟ ਮਹਿਕਦੀ ਲਾਈ, ਹੱਟ ਦਾ ਭਾਵ ਹੁੰਦਾ ਹੈ ਹੱਟੀ ਦੁਕਾਨ। ਅਸੀਂ ਦੁਕਾਨ ਜਿਹੜੀ ਖੋਲ੍ਹੀ ਹੈ ਨਾ, ਉਹ ਮਹਿਕ ਰੂਪ ਦੁਕਾਨ ਖੋਲ੍ਹੀ ਹੈ। ਇਸ ਦੁਕਾਨ ਤੋਂ ਹਰ ਮਨੁੱਖ ਆ ਰਿਹਾ ਮੇਰੇ ਪਾਸੋਂ ਲੰਘਦਾ ਹੈ ਨਾ, ਉਸ ਨੂੰ ਮੈਂ ਖੁਸ਼ਬੂ ਬਖਸ਼ਦੀ ਹਾਂ, ਉਹਨੂੰ ਮੈਂ ਖੁਸ਼ਬੂ ਦੇ ਰਿਹਾ ਹਾਂ। ਹੱਟ ਮਹਿਕਦੀ ਲਾਈ, ਲੱਖ ਗਾਹਕ ਜੇ ਸੁੰਘੇ ਆ ਕੇ, ਲੱਖਾਂ ਗਾਹਕ ਆਣ ਕੇ ਜੇਕਰ ਇਸ ਫੁੱਲ ਨੂੰ ਸੁੰਘੇ ਤੇ ਮੈਂ ਉਸ ਨੂੰ ਸੁਗੰਧੀ ਦੇਣੀ ਹਾਂ। ਖਾਲੀ ਇੱਕ ਨਾ ਜਾਈ, ਪਰ ਮੈਂ ਕਿਸੇ ਨੂੰ ਖਾਲੀ ਨਹੀਂ ਘੱਲਦੀ, ਖੁਸ਼ਬੂ ਦੇ ਨਾਲ ਭਰ ਕੇ ਹੀ ਘੱਲਦੀ ਹਾਂ। ਇਸ ਕਰਕੇ ਹੱਥ ਜੋੜ ਕੇ ਬੇਨਤੀ ਹੈ, ਮੈਨੂੰ ਨਾ ਤੋੜੀ ਡਾਲੀ ਦੇ ਨਾਲ। ਇਹ ਨਾ ਹੋਵੇ ਕਿ ਤੂੰ ਕੱਲਾ ਕੱਲਾ ਸੁਗੰਧੀ ਲੈ ਜਾਵੇਂ, ਆਪਣੇ ਬਾਰੇ ਸੋਚੇ, ਦੂਸਰਿਆਂ ਬਾਰੇ ਵੀ ਸੋਚ ਲਵੀਂ। ਇਸ ਕਰਕੇ ਫਿਰ ਅੱਗੇ ਆਖਦੇ ਨੇ, ਤੂੰ ਜੇ ਇੱਕ ਤੋੜ ਕੇ ਲੈ ਗਿਓ, ਇੱਕ ਜੋਗਾ ਰਹਿ ਜਾਸਾਂ। ਜੇ ਤੂੰ ਹੀ ਲੈ ਕੇ ਜਾਵੇਂਗਾ ਤੋੜ ਕੇ, ਫਿਰ ਮੈਂ ਤੇਰੇ ਜੋਗਾ ਹੀ ਰਹਿ ਜਾਵਾਂਗਾ, ਹੋਰਾਂ ਨੂੰ ਮੈਂ ਖੁਸ਼ਬੂ ਕਿੱਥੋਂ ਦੇਵਾਂਗਾ। ਫਿਰ ਅੱਗੇ ਆਖਦੇ ਨੇ, ਉਹ ਵੀ ਪਲਕ ਝਲਕਦਾ ਮੇਲਾ, ਰੂਪ ਮਹਿਕ ਨਸ ਜਾਸੀ। ਜਦੋਂ ਤੂੰ ਲੈ ਕੇ ਜਾਵੇਂਗਾ ਮੈਨੂੰ ਤੋੜ ਕੇ, ਬਸ ਕੁਝ ਕੁ ਮਿੰਟ, ਕੁਝ ਘੰਟੇ ਜਾਂ ਇੱਕ ਦਿਨ 2 ਦਿਨਾਂ ਦੇ ਅੰਦਰ ਮੇਰੇ ਅੰਦਰੋਂ ਜਿਹੜੀ ਖੁਸ਼ਬੂ ਹੈ ਉਹ ਵੀ ਨਾਸ ਹੋ ਜਾਵੇਗੀ। ਇਸ ਕਰਕੇ ਤੇਰੇ ਅੱਗੇ ਬੇਨਤੀ ਹੈ, ਇਸ ਡਾਲੀ ਦੇ ਨਾਲੋਂ ਮੈਨੂੰ ਤੋੜੀ ਨਾ। ਜਦੋਂ ਮੇਰੇ ਅੰਦਰੋਂ ਖੁਸ਼ਬੂ ਭਾਵ ਬਣਨੀ ਬੰਦ ਹੋ ਜਾਵੇਗੀ, ਮੈਂ ਇੱਕ ਹੋਰ ਫੁੱਲ ਇਸ ਡਾਲੀ ਦੇ ਨਾਲ ਲਗਾ ਦੇਵਾਂਗੀ, ਇਹ ਜਿਹੜਾ ਭੈੜਾ ਫੁੱਲ ਹੈ ਮੈਂ ਥੱਲੇ ਡੇਗ ਦੇਵਾਂਗੀ। ਇਸ ਕਰਕੇ ਪਾਤਸ਼ਾਹ ਜੀ ਕਹਿੰਦੇ ਨੇ, ਕਦੀ ਵੀ ਇਸ ਕੁਦਰਤ ਦੇ ਨਾਲ ਖਿਲਵਾੜ ਨਾ ਕਰੀਏ। ਕਿਤਨਾ ਪਿਆਰ ਹੈ ਗੁਰੂ ਨਾਨਕ ਪਾਤਸ਼ਾਹ ਜੀ ਨੂੰ ਕੁਦਰਤ ਦੇ ਨਾਲ, ਜਰੇ ਜਰੇ ਦੇ ਨਾਲ ਪਿਆਰ ਕਰਦੇ ਪਏ ਨੇ ਪਾਤਸ਼ਾਹ। ਕਿਤਨੀ ਸੁੰਦਰ ਦ੍ਰਿਸ਼ਟਾਂਤ ਦਿੰਦੇ ਨੇ, ਜਿੱਥੇ ਪਸ਼ੂ ਪਕਸ਼ੀਆਂ ਦੇ ਦ੍ਰਿਸ਼ਟਾਂਤ ਦਿੱਤੇ ਨੇ ਪਾਤਸ਼ਾਹ ਜੀ ਨੇ, ਉੱਥੇ ਪੇੜ ਪੌਦਿਆਂ ਦੇ ਵੀ ਦਿੱਤੇ ਨੇ। ਤੇ ਅਸੀਂ ਆ ਜਿਹੜੇ ਭੁੱਲੜ ਹਾਂ, ਹਮੇਸ਼ਾ ਅਸੀਂ ਕੁਦਰਤ ਦੇ ਨਾਲ ਖਿਲਵਾੜ ਕਰਦੇ ਹਾਂ। ਤੇ ਪਾਤਸ਼ਾਹ ਜੀ ਕਹਿੰਦੇ ਨੇ, ਫਿਰ ਤੂੰ ਦੋਸ਼ੀ ਮੰਨਿਆ ਜਾਵੇਂਗਾ। ਬਾਣੀ ਤੇ ਪੜ੍ਹਦਾ ਪਿਆ ਹੈ, ਸਭ ਤੋਂ ਵੱਡਾ ਦੋਸ਼ ਹੈ।
ਉੱਥੇ ਆਖਦੇ ਨੇ ਜਿਹੜੇ ਮੁੱਲੇ ਉਹ ਕਾਜ਼ੀ ਹੈ, ਆਖਦਾ ਤੁਸੀਂ ਸਾਡੀ ਤੋਹੀਨ ਕੀਤੀ ਹੈ ਸਾਡੀ ਨਮਾਜ਼ ਦੀ, ਫਿਰ ਅਸੀਂ ਰੋਜ਼ ਹੀ ਤੋਹੀਨ ਕਰਦੇ ਪਏ ਹਾਂ ਸਤਿਗੁਰ ਦੀ ਬਾਣੀ ਦੀ, ਅਸੀਂ ਤਾਂ ਰੋਜ਼ ਬੇਅਦਬੀ ਕਰਦੇ ਪਏ ਹਾਂ। ਕਿਉਂਕਿ ਪਾਤਸ਼ਾਹ ਨੇ ਕਿਹਾ ਇਹ ਸ਼ਬਦ ਨੂੰ ਪੜ੍ਹਨਾ ਨਹੀਂ ਹੈ, ਵਿਚਾਰਨਾ ਵੀ ਹੈ, ਆਪਣੇ ਅੰਦਰ ਵਸਾਉਣਾ ਵੀ ਹੈ। ਪੜ੍ਹ ਲੈਣਾ, ਵਿਚਾਰ ਲੈਣਾ, ਫਿਰ ਅੱਗੇ ਉਹਨੂੰ ਸਮਝਣਾ ਹੈ, ਆਪਣੇ ਅੰਦਰ ਵਸਾਉਣਾ ਹੈ। ਪਰ ਅਸੀਂ ਸਮਝਦੇ ਨਹੀਂ ਹਾਂ, ਅਸੀਂ ਹਰ ਕਿਸੇ ਨੂੰ ਗਿਆਨ ਦੀਆਂ ਗੱਲਾਂ ਸੁਣਾਈ ਜਾ ਰਹੇ ਹਾਂ। ਸਭ ਤੋਂ ਪਹਿਲਾਂ ਆਪਣੇ ਆਪ ਤੋਂ ਸ਼ੁਰੂਆਤ ਕਰੀਏ। ਇਸ ਕਰਕੇ ਪਾਤਸ਼ਾਹ ਕਹਿੰਦੇ ਸਗਲ ਬਨਰਾਏ ਫੂਲੰਤ ਜੋਤੀ ਹੈ। ਮੇਰੇ ਪਾਤਸ਼ਾਹ ਜੀ ਸਾਰੀ ਬਨਸਪਤੀ ਤੇਰੀ ਆਰਤੀ ਕਰਦੀ ਪਈ ਹੈ। ਕੋਈ ਫੁੱਲ ਮੁਰਝਾ ਕੇ ਡਿੱਗਦਾ ਪਿਆ ਹੈ, ਐਸਾ ਲੱਗਦਾ ਹੈ ਜਿਵੇਂ ਤੇਰੀ ਪੂਜਾ ਹੋ ਰਹੀ ਹੈ, ਤੇਰੇ ਚਰਨਾਂ ਦੇ ਵਿੱਚ ਉਸ ਫੁੱਲ ਨੇ ਆਪਣੇ ਆਪ ਨੂੰ ਭੇਟ ਕੀਤਾ ਹੈ। ਦੂਸਰੇ ਬੰਚ ਪਾਤਸ਼ਾਹ ਜੀ ਕਹਿੰਦੇ ਨੇ ਸਹਿਸ ਤਵ ਨੈਣ ਨਨ ਨੈਣ ਹੈ ਤੋਹੇ ਕੋ, ਸਹਿਸ ਮੂਰਤ ਨਨਾ ਏਕ ਤੋਹੀ। ਸਹਿਸ ਤਵ ਨੈਣ, ਹੇ ਮੇਰੇ ਪਾਤਸ਼ਾਹ ਜੀ, ਸਹਿਸ ਦਾ ਭਾਵ ਹੁੰਦਾ ਹੈ ਹਜ਼ਾਰਾਂ। ਹੁਣ ਇੱਕ ਮਨੁੱਖ ਡਾਕਟਰ ਦੇ ਪਾਸ ਜਾ ਰਿਹਾ ਹੈ, ਡਾਕਟਰ ਦੇ ਪਾਸ ਜਾ ਕੇ ਆਖਦਾ ਹੈ ਕਿ ਇਹ ਜਿਹੜੇ ਨੈਣ ਨੇ ਨਾ, ਇਹਨਾਂ ਦੇ ਅੰਦਰ ਕੋਈ ਗੜਬੜ ਹੈ, ਇਸ ਨੂੰ ਠੀਕ ਕਰ ਦਿਓ। ਡਾਕਟਰ ਨੇ ਚੈੱਕਅਪ ਕੀਤਾ ਹੈ। ਜਦੋਂ ਚੈੱਕਅਪ ਕੀਤਾ ਹੈ, ਡਾਕਟਰ ਆਖਦਾ ਹੈ ਇਹ ਨੈਣ ਤੇਰੇ ਹੁਣ ਠੀਕ ਨਹੀਂ ਹੋ ਸਕਦੇ, ਇਹਨਾਂ ਵਿੱਚ ਜੇਕਰ ਮੋਤੀਆ ਹੁੰਦਾ ਤੈਨੂੰ ਮੈਂ ਆਪਰੇਸ਼ਨ ਕਰਕੇ ਐਨਕ ਲਗਾ ਦਿੰਦਾ, ਤੇਰੀ ਜੋਤ ਬਰਕਰਾਰ ਰਹਿੰਦੀ, ਪਰ ਇਹਦੇ ਨੈਣਾਂ ਦੇ ਅੰਦਰ, ਨੇਤਰਾਂ ਦੇ ਅੰਦਰ ਜੋਤ ਹੀ ਨਹੀਂ ਹੈ। ਕਹਿੰਦਾ ਫਿਰ ਜੋਤ ਪਾ ਦੇ। ਕਹਿੰਦਾ ਮੇਰੇ ਹੱਥ ਵੱਸ ਨਹੀਂ ਹੈ। ਉੱਥੇ ਡਾਕਟਰ ਵੀ ਹੱਥ ਖੜਾ ਕਰ ਦਿੰਦਾ ਹੈ। ਫਿਰ ਦੇਖੋ ਕਿਤਨੀ ਸੁੰਦਰ ਪਾਤਸ਼ਾਹ ਨੇ ਦ੍ਰਿਸ਼ਟਾਂਤ ਦਿੱਤਾ ਹੈ ਕਿ ਇਹ ਮੇਰੇ ਪਾਤਸ਼ਾਹ ਜੀ ਸਹਿਸ ਤਵ ਨੈਣ, ਤੇਰੇ ਲੱਖਾਂ ਹਜ਼ਾਰਾਂ ਨੈਣ ਹਨ। ਨਨ ਨੈਣ ਹੈ ਤੋਏ ਕੋ, ਪਰ ਤੇਰੀ ਇੱਕ ਵੀ ਅੱਖ ਨਹੀਂ ਹੈ। ਹਜ਼ਾਰਾਂ ਅੱਖਾਂ ਨੇ, ਹਰ ਕਿਸੇ ਦੇ ਵਿੱਚ ਤੂੰ ਸਮਾਇਆ ਹੋਇਆ ਹੈ, ਉਹ ਤੇਰੀਆਂ ਹੀ ਅੱਖਾਂ ਨੇ, ਉਹ ਤੇਰੀਆਂ ਅੱਖਾਂ ਨੇ। ਇਸੇ ਤਰ੍ਹਾਂ ਸਹਿਸ ਤਵ ਨੈਣ ਨੈਣ ਹੈ ਤੋਏ ਕੋ, ਸਹਿਸ ਮੂਰਤ, ਇਹ ਇਸ ਸੰਸਾਰ ਦੇ ਅੰਦਰ ਹਜ਼ਾਰਾਂ ਹੀ ਮੂਰਤੀਆਂ ਬਣਾਈਆਂ ਹੋਈਆਂ ਨੇ, ਇਹ ਸਾਰੇ ਸਰੀਰ ਤੇਰੇ ਹੀ ਬਣਾਏ ਹੋਏ ਨੇ। ਨੰਨਾ ਏਕ ਤੋਂ ਹੀ, ਪਰ ਤੇਰਾ ਇੱਕ ਵੀ ਸਰੀਰ ਨਹੀਂ ਹੈ। ਲੱਖਾਂ ਸਰੀਰ ਤੂੰ ਬਣਾ ਦਿੱਤੇ, ਹਜ਼ਾਰਾਂ ਸਰੀਰ ਬਣਾ ਦਿੱਤੇ, ਪਰ ਤੇਰਾ ਇੱਕ ਵੀ ਸਰੀਰ ਨਹੀਂ ਹੈ। ਭਗਤ ਫਰੀਦ ਜੀ ਕਹਿੰਦੇ ਨੇ ਫਿਰ ਪਰਮਾਤਮਾ ਹੈ ਕਿੱਥੇ? ਫਿਰ ਭਗਤ ਫਰੀਦ ਜੀ ਦਾ ਪਾਵਨ ਬਚਨ ਹੈ 75 ਨੰਬਰ ਸ਼ਲੋਕ ਦੇ ਅੰਦਰ ਆਖਦੇ ਨੇ ਫਰੀਦਾ ਖਾਲਕ ਖਲਕ ਮੈਂ, ਖਾਲਕ ਜਿਹੜਾ ਉਹ ਖਲਕਤ ਦੇ ਅੰਦਰ ਹੈ। ਖਲਕ ਵਸੈ ਰੱਬ ਮਾਹੀ, ਜਿਹੜੀ ਖਲਕਤ ਹੈ ਉਹ ਰੱਬ ਦੇ ਅੰਦਰ ਵਸਦੀ ਹੈ। ਇਹ ਜਗ ਸੱਚੇ ਕੀ ਹੈ ਕੋਠੜੀ, ਸੱਚੇ ਕਾ ਵਿੱਚ ਵਾਸ। ਇਹ ਸਾਰਾ ਸੰਸਾਰ ਇੱਕ ਕੋਠੀ ਹੈ ਉਸ ਅਕਾਲ ਪੁਰਖ ਪਰਮਾਤਮਾ ਦੀ, ਤੇ ਇਸ ਕੋਠੀ ਦੇ ਅੰਦਰ ਉਹ ਅਕਾਲ ਪੁਰਖ ਪਰਮਾਤਮਾ ਬਿਰਾਜਮਾਨ ਹੈ। ਫਿਰ ਅਸੀਂ ਕਿੱਥੇ ਲੱਭਣ ਜਾ ਰਹੇ ਹਾਂ? ਇੱਕ ਸਥਾਨ ਤੇ ਅਸੀਂ ਉਸ ਨੂੰ ਟਿਕਾ ਕੇ ਨਹੀਂ ਰੱਖ ਸਕਦੇ, ਇੱਕ ਫੋਟੋ ਦੇ ਵਿੱਚ ਉਸ ਨੂੰ ਲੱਭ ਨਹੀਂ ਸਕਦੇ, ਨਾ ਉਸ ਦਾ ਕੋਈ ਚੱਕਰ ਹੈ ਨਾ ਕੋਈ ਚਿੰਨ੍ਹ ਹੈ। ਜਾਪ ਸਾਹਿਬ ਅਸੀਂ ਪੜ੍ਹਦੇ ਹਾਂ ਫਿਰ ਵੀ ਅਸੀਂ ਭੁੱਲੇ ਪਏ ਹਾਂ। ਗੁਰੂ ਪਾਤਸ਼ਾਹ ਨੇ ਸਾਨੂੰ ਇਸ ਮੂਰਤੀ ਤੋਂ, ਇਸ ਫੋਟੋਆਂ ਤੋਂ ਸਾਨੂੰ ਵਰਜਿਆ ਸੀ, ਸ਼ਬਦ ਦੇ ਨਾਲ ਜੋੜਿਆ ਸੀ। ਅਸੀਂ ਅੱਜ ਫੋਟੋਆਂ ਦੀ, ਮੂਰਤੀਆਂ ਦੀ, ਮੜੀ ਮਸਾਨਾਂ ਦੀ ਅਸੀਂ ਪੂਜਾ ਕਰਦੇ ਫਿਰਦੇ ਹਾਂ। ਤੇ ਬਾਣੀ ਤੋਂ ਸਮਝੀਏ, ਅਸੀਂ ਪੜ੍ਹੀਏ ਬਾਣੀ ਨੂੰ। ਪਾਤਸ਼ਾਹ ਜੀ ਕਹਿੰਦੇ ਨੇ ਫਿਰ ਸੈਸ ਪਦ ਬਿਮਲ ਨਨ ਏਕ ਪਦ, ਗੰਧ ਬਿਨ ਸੈਸ ਤਵ ਗੰਧ ਏਵ ਚਲਤ ਮੋਹੀ। ਹੈ ਮੇਰੇ ਪਾਤਸ਼ਾਹ ਜੀ ਤੇਰੇ ਹਜ਼ਾਰਾਂ ਹੀ ਪੈਰ ਹਨ, ਨਨ ਏਕ ਪਦ, ਪਰ ਤੇਰਾ ਕੋਈ ਵੀ ਪੈਰ ਨਹੀਂ ਹੈ। ਫਿਰ ਅੱਗੇ ਆਖਦੇ ਨੇ ਤੇਰੇ ਹਜ਼ਾਰਾਂ ਹੀ ਇਹ ਨੱਕ ਹਨ ਜਿਸ ਤੋਂ ਸਾਨੂੰ ਖੁਸ਼ਬੂ ਸਾਨੂੰ ਪ੍ਰਾਪਤ ਹੋ ਰਹੀ ਹੈ, ਪਰ ਤੇਰਾ ਕੋਈ ਨੱਕ ਵੀ ਨਹੀਂ ਹੈ। ਕਿਉਂਕਿ ਹਰ ਬੰਦੇ ਦੇ ਅੰਦਰ ਤੂੰ ਸਮਾਇਆ ਹੋਇਆ, ਤੇਰਾ ਕੋਈ ਸਰੀਰ ਨਹੀਂ ਹੈ, ਹਰ ਸਰੀਰ ਦੇ ਅੰਦਰ ਤੇਰੀ ਜੋਤ ਹੈ। ਫਿਰ ਅੱਗੇ ਪਾਤਸ਼ਾਹ ਜੀ ਆਖਦੇ ਨੇ ਸਭ ਮੈਂ ਜੋਤ ਜੋਤ ਹੈ ਸੋਏ, ਤਿਸ ਦੇ ਚਾਨਣ ਸਭ ਮੈਂ ਚਾਨਣ ਹੋਏ। ਸਭ ਮੈਂ ਜੋਤ, ਹਰ ਮਨੁੱਖ ਦੇ ਅੰਦਰ ਉਸ ਅਕਾਲ ਪੁਰਖ ਪਰਮਾਤਮਾ ਦੀ ਇਹ ਜੋਤ ਹੈ। ਜੋਤ ਹੈ ਸੋਏ ਤਿਸ ਦਾ ਚਾਨਣ ਸਭ ਮੈਂ ਚਾਨਣ ਹੋਏ। ਉਸ ਅਕਾਲ ਪੁਰਖ ਪਰਮਾਤਮਾ ਦੀ ਜੋਤ ਦੇ ਨਾਲ ਹੀ ਇਹ ਸਾਰੀ ਸੰਸਾਰ ਨੂੰ ਚਾਨਣਾ ਪ੍ਰਾਪਤ ਹੋ ਰਿਹਾ ਹੈ। ਗੁਰ ਸਾਖੀ ਜੋਤ ਪ੍ਰਗਟ ਹੋਏ। ਹੁਣ ਇਸ ਜੋਤ ਨੂੰ ਜੇ ਦੇਖਣਾ ਹੈ ਫਿਰ ਕਿਵੇਂ ਕਰਨਾ ਪਵੇਗਾ? ਪਾਤਸ਼ਾਹ ਕਹਿੰਦੇ ਗੁਰ ਸਾਖੀ, ਗੁਰੂ ਦੀ ਸਾਖੀ ਜੋਤ ਪ੍ਰਗਟ ਹੋਏ। ਇਸ ਜੋਤ ਨੂੰ ਪ੍ਰਗਟ ਕੀਤਾ ਜਾ ਸਕਦਾ ਹੈ, ਦੇਖਿਆ ਜਾ ਸਕਦਾ ਹੈ। ਜੋਤਿ ਸੁਭਾਵੈ ਸੋ ਆਰਤੀ ਹੋਏ। ਜਿਹੜਾ ਵੀ ਫਿਰ ਇਸ ਜੋਤ ਨੂੰ ਪ੍ਰਾਪਤ ਕਰ ਲੈਂਦਾ ਹੈ, ਪਰਮਾਤਮਾ ਦੇ ਨਾਲ ਉਹ ਜੁੜ ਜਾਂਦਾ ਹੈ, ਸਚਿਆਰਾ ਬਣ ਜਾਂਦਾ ਹੈ, ਫਿਰ ਉਹ ਇੱਕ ਦੀ ਆਰਤੀ ਕਰਦਾ ਹੈ, ਉਹ ਮੂਰਤੀ ਦਾ ਪੁਜਾਰਕ ਨਹੀਂ ਰਹਿੰਦਾ। ਧੰਨ ਗੁਰੂ ਅੰਗਦ ਪਾਤਸ਼ਾਹ ਦਾ ਜੀਵਨ ਪੜ੍ਹੀ, ਉਹ ਵੀ ਪਹਿਲਾਂ ਮੂਰਤੀ ਪੁਜਾਰਕ ਸਨ, ਦੇਵੀ ਦੇਵਤਿਆਂ ਦੇ ਜਾਂਦੇ ਸਨ। ਗੁਰੂ ਅਮਰਦਾਸ ਦੀ ਗੱਲ ਕਰਨੇ ਹਾਂ ਅਸੀਂ,
ਪਰ ਜਦੋਂ ਉਹਨਾਂ ਨੇ ਸੱਚ ਦੇ ਨਾਲ ਜੋੜਿਆ ਹੈ, ਸ਼ਬਦ ਦੇ ਨਾਲ ਆਪਣੀ ਸੁਰਤ ਨੂੰ ਜੋੜਿਆ ਹੈ, ਅੱਜ ਉਹਨਾਂ ਦਾ ਜੀਵਨ ਹੀ ਚੇਂਜ ਹੋ ਗਿਆ ਹੈ। ਵਾਰਾਂ ਦੇ ਅੰਦਰ ਅਸੀਂ 22 ਵਾਰਾਂ ਦੇ ਅੰਦਰ ਧੰਨ ਧੰਨ ਸਾਹਿਬ ਸ੍ਰੀ ਗੁਰੂ ਅੰਗਦ ਪਾਤਸ਼ਾਹ ਜੀ 63 ਸ਼ਲੋਕ ਪੜ੍ਹਨਾ ਕਰਦੇ ਹਾਂ, ਜਿਸ ਦੇ ਵਿੱਚ ਪਾਤਸ਼ਾਹ ਜੀ ਨੇ ਇਹ ਕਿਹਾ ਹੈ, ਜੇ ਤੂੰ ਉਸ ਅਕਾਲ ਪੁਰਖ ਪਰਮਾਤਮਾ ਨੂੰ ਪਿਆਰ ਕਰਦਾ ਹੈ, ਸਭ ਤੋਂ ਪਹਿਲਾਂ ਆਪਣੇ ਆਪ ਨੂੰ ਕੁਰਬਾਨ ਕਰ ਦੇ। ਜੇ ਇਹ ਮੂਰਤੀ ਕਰੇਗਾ, ਮੂਰਤੀ ਦੀ ਪੂਜਾ ਕਰੇਗਾ, ਸੰਸਾਰ ਦੀ ਪੂਜਾ ਕਰੇਗਾ, ਮਾਇਆ ਦੀ ਪੂਜਾ ਕਰੇਗਾ, ਫਿਰ ਜਿਹੜਾ ਤੇਰਾ ਜੀਵਨ ਹੈ ਫਿਟਕਾਰਯੋਗ ਹੈ, ਵਿਅਰਥ ਹੈ, ਕੁਛ ਹਾਸਲ ਨਹੀਂ ਹੋਵੇਗਾ ਤੈਨੂੰ। ਫਿਰ ਪਾਤਸ਼ਾਹ ਜੀ ਆਖਦੇ ਨੇ, ਗੁਰ ਸਾਖੀ ਜੋਤ ਪ੍ਰਗਟ ਹੋਏ, ਜੋਤ ਸੁਭਾਵੈ ਸੋ ਆਰਤੀ ਹੋਏ। ਜਿਹੜਾ ਇਸ ਜੋਤ ਨੂੰ ਪਹਿਚਾਨ ਲੈਂਦਾ ਹੈ, ਉਹ ਫਿਰ ਉਸੇ ਦੀ ਆਰਤੀ ਕਰਦਾ ਹੈ। ਹਰ ਚਰਨ ਕਵਲ ਮਕਰੰਦ ਲੋਭਿਤ ਮਨੁ, ਅਨ ਦਿਨੋ ਮੋਹਿ ਆਹੀ ਪਿਆਸਾ। ਪਾਤਸ਼ਾਹ ਜੀ ਕਹਿੰਦੇ ਨੇ, ਮੇਰੇ ਪ੍ਰਭੂ ਜੀ, ਮੈਨੂੰ ਤੇ ਤੇਰੇ ਚਰਨ ਕਮਲਾਂ ਦੀ ਹੀ ਪਿਆਸ ਲੱਗੀ ਰਹਿੰਦੀ ਹੈ। ਜਿਵੇਂ ਕੋਈ ਪਪੀਹਾ ਹੈ, ਉਸ ਨੂੰ ਪਿਆਸ ਲੱਗਦੀ ਹੈ ਸਵੰਤੀ ਬੂੰਦ ਦੀ, ਜੇ ਉਹ ਬੂੰਦ ਉਹਦੇ ਮੁਖਾਰ ਦੇ ਵਿੱਚ ਪੈ ਜਾਵੇ, ਉਹਦੀ ਪਿਆਸ ਬੁਝ ਜਾਂਦੀ ਹੈ। ਇਸੇ ਤਰ੍ਹਾਂ ਕਿਰਪਾ ਜਲਦੇ ਨਾਨਕ ਸਾਰੰਗ ਹੋਏ, ਜਾਂ ਤੇ ਤੇਰਾ ਨਾਈ ਵਾਸਾ। ਇਸੇ ਤਰ੍ਹਾਂ ਮੇਰੇ ਉੱਤੇ ਵੀ ਕਿਰਪਾ ਕਰਨੀ ਕਰ। ਗੁਰੂ ਨਾਨਕ ਪਾਤਸ਼ਾਹ ਜੀ ਆਖਦੇ ਨੇ, ਮੇਰੇ ਤੇ ਵੀ ਕਿਰਪਾ ਕਰਨੀ ਕਰ। ਜਿਵੇਂ ਤੂੰ ਸਾਰੰਗ ਦੇ ਪਪੀਏ ਦੀ ਇੱਕ ਇੱਛਾ ਹੁੰਦੀ ਹੈ, ਸਵੰਤੀ ਬੂੰਦ ਮੇਰੇ ਮੁਖਾਰ 'ਚ ਪੈ ਜਾਵੇ, ਤੇ ਇਸੇ ਤਰ੍ਹਾਂ ਮੇਰੀ ਵੀ ਇੱਛਾ ਹੈ ਕਿ ਤੇਰੇ ਨਾਮ ਦੇ ਨਾਲ, ਨਾਮ ਅੰਮ੍ਰਿਤ ਮੈਂ ਪੀਂਦਾ ਰਵਾਂ, ਹਮੇਸ਼ਾ ਤੇਰੇ ਨਾਮ ਦੇ ਨਾਲ ਜੁੜ ਕੇ ਆਪਣੇ ਜਨਮ ਨੂੰ ਸਫਲਾ ਕਰਾਂ। ਹੋਏ ਜਾਂ ਤੇ ਤੇਰਾ ਨਾਏ ਵਾਸਾ, ਜਿਹੜਾ ਤੇਰਾ ਨਾਮ ਦਾ ਵਾਸਾ ਹੈ ਉਹ ਮੇਰੇ ਹਿਰਦੇ ਘਰ ਵਿੱਚ ਵਸ ਜਾਵੇ। ਇਹ ਹੈ ਸਭ ਤੋਂ ਵੱਡੀ ਆਰਤੀ। ਅਸੀਂ ਇਸ ਆਰਤੀ ਨੂੰ ਪਹਿਚਾਨੀਏ। ਗਹਿਰਾਈ ਦੇ ਅੰਦਰ ਹੋਰ ਵੀ ਇਹਦੇ ਜਿਹੜੇ ਸ਼ਬਦਿਕ ਅਰਥ ਨੇ, ਅਸੀਂ ਗੁਰਬਾਣੀ ਦੀਆਂ ਪੰਕਤੀਆਂ ਲੈ ਕੇ ਅਸੀਂ ਇਸ ਦੀ ਵਿਚਾਰ ਕਰ ਸਕਦੇ ਹਾਂ। ਟਾਈਮ ਇਜਾਜ਼ਤ ਨਹੀਂ ਦਿੰਦਾ, ਇਸ ਕਰਕੇ ਸੰਖੇਪ ਦੇ ਅੰਦਰ ਅਸੀਂ ਵਿਚਾਰ ਕੀਤੀ ਹੈ। ਸੋ ਇਸ ਦੇ ਅੰਦਰ ਪਾਤਸ਼ਾਹ ਜੀ ਨੇ ਉਸ ਅਕਾਲ ਪੁਰਖ ਪਰਮਾਤਮਾ ਦੇ ਨਾਲ ਜੋੜਿਆ ਹੈ, ਨਾ ਕਿ ਸਾਨੂੰ ਮੂਰਤੀ ਦੇ ਨਾਲ, ਫੋਟੋਆਂ ਦੇ ਨਾਲ ਜੋੜਿਆ ਹੈ। ਸ਼ਬਦ ਦੀ ਪੂਜਾ ਕਰਨੀ ਹੈ ਸਿੱਖ ਨੇ, ਸ਼ਬਦ ਦੇ ਨਾਲ ਜੁੜਨਾ ਹੈ। ਗੁਰੂ ਦਾ ਸਿੱਖ ਉਹੀ ਹੈ ਜਿਹੜਾ ਸ਼ਬਦ ਪੜ੍ਹਦਾ ਹੈ, ਸ਼ਬਦ ਦੀ ਵਿਚਾਰ ਕਰਦਾ ਹੈ। ਮਨ ਸਮਝਾਵਨ ਕਾਰਨੇ ਕਛੂ ਕ ਪੜੀਐ ਗਿਆਨ, ਨਾਨਕ ਧੂੜ ਮੰਗੈ ਤਿਸ ਗੁਰ ਸਿੱਖ ਕੀ, ਜੋ ਆਪ ਜਪੈ ਅਵਰਹ ਨਾਮ ਜਪਾਵੈ। ਜਿਹੜਾ ਆਪ ਵੀ ਜਪਦਾ ਹੈ ਤੇ ਹੋਰਾਂ ਨੂੰ ਵੀ ਉਸ ਅਕਾਲ ਪੁਰਖ ਪਰਮਾਤਮਾ ਦਾ ਰੱਬੀ ਨਾਮ ਹੈ ਉਹ ਜਪਾਉਂਦਾ ਹੈ, ਉਹੀ ਅਸਲੀ ਸਿੱਖ ਹੈ। ਸੋ ਇਤਨਿਆਂ ਕੋ ਵਿਚਾਰਾ ਕਰਦਾ ਹੋਇਆ ਦਾਸ ਕੀਮਾ ਦਾ ਜਾਚਕ ਹੈ। ਅੰਤ ਨੂੰ ਬੁਲਾਓ ਜੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਰਾਮ ਕਲੀ ਮਹਿਲਾ ਤੀਜਾ, ਆਨੰਦ ਇੱਕ ਓੰਕਾਰ ਸਤਿਗੁਰ ਪ੍ਰਸਾਦ। ਆਨੰਦ ਪਿਆ ਮੇਰੀ ਮਾਏ, ਸਤਿਗੁਰੂ ਮੈਂ ਪਾਇਆ। ਰਾਗ ਰਤਨ ਪਰਵਾਰ ਪਰੀਆਂ, ਸ਼ਬਦ ਗਾਵਣ ਆਈਆਂ। ਕਹਿ ਨਾਨਕ ਆਨੰਦ ਹੁਆ, ਸਤਿਗੁਰੂ ਮੈਂ ਪਾਇਆ। ਹਰ ਨਾਲ ਰਹੋ ਤੂੰ ਮਨ, ਮੇਰੇ ਦੁੱਖ ਸਭ ਵਿਸਾਰਣਾ। ਸਭਨਾ ਗੱਲਾਂ ਸਿਮਰਤ ਸੁਆਮੀ, ਸੋ ਕਿਉ ਮਨੋ ਵਿਸਾਰੇ। ਸਾਚੇ ਸਾਹਿਬਾ ਕਿਆ ਨਹੀਂ ਕਰਤੇ ਰਹਿ, ਸਦਾ ਸਿਫਤ ਸਲਾਹ ਤੇਰੀ, ਨਾਮ ਮਨ ਵਸਾਵੇ। ਕਹਿ ਨਾਨਕ ਸੱਚੇ ਸਾਹਿਬ ਕਿਆ ਨਹੀਂ ਕਰਤੇ ਰਹਿ। ਕਰ ਸ਼ਾਂਤ ਸੁਖ ਮਨ ਆਏ ਵਸਿਆ, ਜਿਨ ਇੱਛਾ ਸਭ ਪੁਜਾਈਆਂ। ਕਹਿ ਨਾਨਕ ਸੁਨੋ ਸੰਤੋ, ਸ਼ਬਦ ਤਰੋ ਪਿਆਰੋ, ਸਾਚਾ ਨਾਮ ਮੇਰਾ ਆਧਾਰੋ। ਪੰਚ ਦੂਤ ਤੁਧ ਵਸ ਕੀਤੇ, ਕਾਲ ਕੰਟਕ ਮਾਰਿਆ। ਕਹਿ ਨਾਨਕ ਤਹ ਸੁਖ ਹੋਆ, ਤਿਤ ਕਰੇ ਅਨਹਦ ਬਾਜੇ। ਪਾਰ ਬ੍ਰਹਮ ਪ੍ਰਭ ਪਾਇਆ, ਉਤਰੇ ਸਗਲ ਵਿਸੂਰੇ। ਸੰਤ ਸਾਜਨ ਪਏ ਸਰਸੇ, ਪੂਰੇ ਗੁਰ ਤੇ ਜਾਣੀ। ਬਿਨਵੰਤ ਨਾਨਕ ਗੁਰ ਚਰਨ ਲਾਗੇ, ਵਾਜੇ ਅਨਹਤ ਤੂਰੇ। ਸੁਨਤੇ ਪੁਨੀਤ ਕਹਤੇ ਪਵਿੱਤ, ਸਤਿਗੁਰ ਰਹਿਆ ਭਰਪੂਰੇ।
ਬਿਨਵੰਤ ਨਾਨਕ ਗੁਰ ਚਰਨ ਲਾਗੇ, ਵਾਜੇ ਅਨਹਦ ਤੂਰੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਤੁਦੇ ਆਗੇ ਅਰਦਾਸ ਹਮਾਰੀ, ਜਿਉ ਪਿੰਡ ਸਭ ਕਹੋ ਨਾਨਕ ਸਭ ਤੇਰੀ ਵਡਿਆਈ, ਕੋਈ ਨਾਉ ਨ ਜਾਣੈ ਮੇਰਾ। ਬੋਲਣਾ ਜੀ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ, ਇਕ ਓੰਕਾਰ। ਵਾਹਿਗੁਰੂ ਜੀ ਕੀ ਫਤਿਹ। ਸ਼੍ਰੀ ਭਗਵਤੀ ਜੀ ਸਹਾਇ ਵਾਰ, ਸ਼੍ਰੀ ਭਗਵਤੀ ਜੀ ਕੀ ਪਾਤਸ਼ਾਹੀ ਦਸਵੀਂ। ਪ੍ਰਥਮ ਭਗਵਤੀ ਸਿਮਰ ਕੇ ਗੁਰੂ ਨਾਨਕ ਲਈ ਤੇ ਆਏ, ਫਿਰ ਅੰਗਦ ਗੁਰ ਤੇ ਅਮਰਦਾਸ ਰਾਮਦਾਸੈ ਹੋਈ ਸਹਾਈ। ਅਰਜਨ ਹਰਗੋਬਿੰਦ ਨੂੰ ਸਿਮਰੋ, ਸ਼੍ਰੀ ਹਰਿ ਰਾਏ। ਸ਼੍ਰੀ ਹਰਿ ਕ੍ਰਿਸ਼ਨ ਤੇ ਆਈਐ, ਜਿਸ ਡਿਠੈ ਸਭ ਦੁਖ ਜਾਏ। ਤੇਗ ਬਹਾਦਰ ਸਿਮਰਿਐ, ਕਰਨੋ ਨਿਦ ਆਵੈ ਧਾਏ। ਸਭ ਥਾਈ ਹੋਏ ਸਹਾਈ। ਦਸਵਾਂ ਪਾਤਸ਼ਾਹ ਸ਼੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ, ਸਭ ਥਾਈ ਹੋਏ ਸਹਾਈ। ਦਸਾਂ ਪਾਤਸ਼ਾਹੀਆਂ ਦੀ ਜੋਤ, ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦੀਦਾਰ ਦਾ ਧਿਆਨ ਧਰ ਕੇ ਬੋਲੋ ਜੀ ਵਾਹਿਗੁਰੂ। ਪੰਜਾਂ ਪਿਆਰਿਆਂ ਚੌਹਾਂ ਸਾਹਿਬਜ਼ਾਦਿਆਂ, 40 ਮੁਕਤਿਆਂ ਹਠੀਆਂ ਜਪੀਆਂ ਤਪੀਆਂ, ਜਿਨ੍ਹਾਂ ਨਾਮ ਜਪਿਆ ਵੰਡ ਛਕਿਆ ਦੇਗ ਚਲਾਈ। ਤੇਗ ਵਾਹੀ ਦੇਖ ਕੇ ਅਣਡਿਠ ਕੀਤਾ, ਤਿੰਨਾਂ ਪਿਆਰਿਆਂ ਸਚਿਆਰਿਆਂ ਦੀ ਕਮਾਈ ਦਾ ਧਿਆਨ ਧਰ ਕੇ ਖਾਲਸਾ ਜੀ ਬੋਲੋ ਜੀ ਵਾਹਿਗੁਰੂ। ਜਿਨ੍ਹਾਂ ਸਿੰਘਾਂ ਸਿੰਘਣੀਆਂ ਨੇ ਧਰਮ ਹਿਤ ਸੀਸ ਦਿੱਤੇ, ਬੰਦ ਬੰਦ ਕਟਵਾਏ, ਕੋਪੜੀਆਂ ਲੋਹਾਈਆਂ ਚਰਖੜੀਆਂ ਤੇ ਚੜੇ, ਆਰਿਆਂ ਨਾਲ ਚਿਰਾਏ ਗਏ, ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ, ਧਰਮ ਨਹੀਂ ਹਾਰਿਆ, ਸਿੱਖੀ ਕੇਸਾਂ ਸੁਆਸਾਂ ਨਾਲ ਨਿਭਾਈ, ਤਿੰਨਾਂ ਦੀ ਕਮਾਈ ਦਾ ਧਿਆਨ ਧਰ ਕੇ ਖਾਲਸਾ ਜੀ ਬੋਲੋ ਜੀ। ਪੰਜਾਂ ਤਖਤਾਂ ਸਰਬੱਤ ਗੁਰਦੁਆਰਿਆਂ ਦਾ ਧਿਆਨ ਧਰ ਕੇ ਬੋਲੋ ਜੀ। ਪ੍ਰਥਮੈ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ, ਸਰਬੱਤ ਖਾਲਸਾ ਜੀ ਕੋ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ। ਚਿਤੇ ਆਵੈ ਚਿਤੇ ਆਵਣ ਕਾ ਸਦਕਾ ਸਰਬ ਸੁਖ ਹੋਵੇ। ਜਹਾਂ ਜਹਾਂ ਖਾਲਸਾ ਜੀ ਸਾਹਿਬ, ਤਹਾਂ ਤਹਾਂ ਰਸ਼ਿਆ ਰਹਿਤ। ਦੇਗ ਤੇਗ ਫਤਿਹ ਬਿਰਦ ਕੀ ਪੈਜ, ਪੰਥ ਕੀ ਜੀਤ ਸ੍ਰੀ ਸਾਹਿਬ ਜੀ ਸਹਾਈ। ਖਾਲਸੇ ਜੀ ਕੇ ਬੋਲ ਬਾਲੇ ਬੋਲੋ ਜੀ ਵਾਹਿਗੁਰੂ। ਸਿੱਖਾਂ ਨੂੰ ਸਿੱਖੀ ਦਾਨ, ਕੇਸ ਦਾਨ, ਰਹਿਤ ਦਾਨ, ਵਿਵੇਕ ਦਾਨ, ਵਿਸਾਹ ਦਾਨ, ਭਰੋਸਾ ਦਾਨ, ਦਾਨਾ ਸਿਰ ਦਾਨ, ਨਾਮ ਦਾਨ, ਸ਼੍ਰੀ ਅੰਮ੍ਰਿਤਸਰ ਜੀ ਦੇ ਇਸ਼ਨਾਨ। ਚੌਂਕੀਆਂ ਝੰਡੇ ਬੁੰਗੇ, ਜੁਗੋ ਜੁਗੇ ਅਟਲ ਧਰਮ ਕਾ ਜੈਕਾਰ ਬੋਲੋ ਜੀ। ਸਿੱਖਾਂ ਦਾ ਮਨ ਨੀਵਾਂ ਮਤ ਉੱਚੀ, ਮਤ ਦਾ ਰੱਖ ਆਪ ਵਾਹਿਗੁਰੂ। ਹੇ ਅਕਾਲ ਪੁਰਖ ਆਪਣੇ ਪੰਥ ਦੇ ਸਦਾ ਸਹਾਈ ਦਾਤਾਰ ਜੀਓ। ਸ਼੍ਰੀ ਨਨਕਾਣਾ ਸਾਹਿਬ ਤੇ ਹੋਰ ਗੁਰਦੁਆਰਿਆਂ ਗੁਰਧਾਮ ਦੇ, ਜਿਨ੍ਹਾਂ ਤੋਂ ਪੰਥ ਨੂੰ ਵਿਛੋੜਿਆ ਗਿਆ ਹੈ, ਖੁੱਲੇ ਦਰਸ਼ਨ ਦੀਦਾਰ ਤੇ ਸੇਵਾ ਸੰਭਾਲ ਦਾ ਦਾਨ ਖਾਲਸਾ ਜੀ ਨੂੰ ਬਖਸ਼ੋ। ਹੇ ਨਿਮਾਣਿਆਂ ਦੇ ਮਾਣ, ਨੀ ਤਾਣਿਆਂ ਦੇ ਤਾਣ, ਨੀ ਓਟਿਆਂ ਦੀ ਓਟ, ਧੰਨ ਧੰਨ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀਓ ਮਹਾਰਾਜ। ਆਪ ਜੀ ਦੀ ਹਜ਼ੂਰੀ ਅੰਦਰ ਸੰਧਿਆ ਵੇਲੇ ਸੁੰਦਰ ਦੀਵਾਨ ਸਜਾਏ ਗਏ। ਸਜੇ ਹੋਏ ਦੀਵਾਨਾਂ ਅੰਦਰ ਰਸ ਪਿੰਨਾ ਕੀਰਤਨ ਹੋਇਆ ਹੈ, ਗੁਰਬਾਣੀ ਕਥਾ ਵਿਚਾਰਾਂ ਹੋਈਆਂ ਹਨ। 6 ਪੌੜੀਆਂ ਪਾਵਨ ਬਾਣੀ ਆਨੰਦ ਸਾਹਿਬ ਜੀ ਦੀ ਜਾਪ ਹੋਏ ਹਨ। ਪਾਤਸ਼ਾਹ ਜੀਓ ਪਾਵਨ ਬਾਣੀ ਦੇ ਜਾਪ ਕਰਦਿਆਂ ਤੋਂ, ਕੀਰਤਨ ਕਰਦਿਆਂ ਤੋਂ, ਕਥਾ ਵਿਚਾਰਾਂ ਕਰਦਿਆਂ ਤੋਂ, ਹਜ਼ੂਰੀ ਅੰਦਰ ਵਿਚਰਦਿਆਂ ਤੋਂ ਏਕ ਨਹੀਂ ਅਨੇਕਾਂ ਹੀ ਗਲਤੀਆਂ ਹੋ ਜਾਂਦੀਆਂ ਹਨ। ਅੱਗੇ ਤੋਂ ਸ਼ੁੱਧ ਸਪਸ਼ਟ ਬਾਣੀ ਪੜਨ ਦੀ ਸੁਣਨ ਦੀ ਸੁਮਤ ਬਖਸ਼ਿਨਾ, ਸਮੂਹ ਸੰਗਤ ਨੂੰ ਚੜ੍ਹਦੀ ਕਲਾ ਵਾਲਾ ਜੀਵਨ ਬਖਸ਼ਿਨਾ। ਆਈਆਂ ਸੰਗਤਾਂ ਦੀਆਂ ਹਾਜ਼ਰੀਆਂ ਦਰ ਪ੍ਰਵਾਨ ਕਰਨੀਆਂ, ਤਿਲ ਫੁੱਲ ਭੇਟਾਵਾਂ ਦਰ ਪ੍ਰਵਾਨ ਕਰਨੀਆਂ, ਪੜਦੇ ਕਜਨੀ ਲਾਜ ਰੱਖਣੀਆਂ, ਨਗਰ ਖੇੜੇ ਤੇ ਮਿਹਰ ਭਰਿਆ ਹੱਥ ਰੱਖਣਾ। ਪਾਤਸ਼ਾਹ ਜੀਓ ਬਾਣੀ ਬਾਣੀ ਨਾਲ ਜੋੜ ਕੇ ਰੱਖਣਾ। ਸਭਨਾਂ ਦੀਆਂ ਮਨੋਕਾਮਨਾਵਾਂ ਗੁਰਮਤਿ ਅਨੁਸਾਰ ਪੂਰੀਆਂ ਕਰਨੀਆਂ। ਗੁਨਾਹ ਦਾ ਪ੍ਰਕਾਸ਼ ਕਰਨਾ, ਗੁਨਾਹ ਦਾ ਨਾਸ਼ ਕਰਨਾ। ਅੰਮ੍ਰਿਤ ਵੇਲੇ ਦੀ ਦਾਤ ਬਖਸ਼ਣੀ। ਪਾਤਸ਼ਾਹ ਜੀਓ ਆਪ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਦੇ ਅੰਦਰ ਕੜਾ ਪ੍ਰਸ਼ਾਦੀ ਦੇਗ ਸਜ ਕੇ ਹਾਜ਼ਰ ਹੈ।
ਦਰ ਪ੍ਰਵਾਨ ਹੋਇਆ ਪ੍ਰਸ਼ਾਦ। ਸੰਗਤ ਵਿੱਚ ਵਰਤੇ ਜੋ ਜੀ ਛਕੇ ਸੋ ਆਪ ਜੀ ਦਾ ਨਾਮ। ਸਤਨਾਮ ਸ਼੍ਰੀ ਵਾਹਿਗੁਰੂ ਨਾਮ ਜਪੇ ਆਪ ਪਾਵਨ ਪਵਿੱਤਰ। ਹੁਕਮ ਬਖਸ਼ ਕੇ ਸਮੂਹ ਸੰਗਤਾਂ ਨੂੰ ਕਿਰਤਾਰਥ ਕਰੋ। ਹੁਕਮ ਤੇ ਚੱਲਣ ਦੀ ਸੁਮਤ ਬਖਸ਼ਿਨਾ। ਸਹੀ ਪਿਆਰੇ ਮੇਲ ਜਿਨਾ ਮਿਲਿਆ ਤੇਰਾ ਨਾਮ ਚਿਤੇ ਆਵੇ। ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਬੋਲੇ ਸੋ ਨਿਹਾਲ। ਸਤਿ ਸ਼੍ਰੀ ਅਕਾਲ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।